सूरा सो पहचानिए जो लड़े दीन के हेत पुरजा पुरजा कट मरे कबू न जाने खेत सूरा सो पहचानिए जो लड़े दीन के हेत। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਸ ਮਹਾਨ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਅਸੀਂ ਸਭ ਇਕੱਠੇ ਹੋਏ ਹਾਂ। ਪੰਜਾਬ ਦੀ ਰੂਹੇ ਰਵਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਡਿਪਟੀ ਸੀਐਮ ਪੰਜਾਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਦੇ ਉਪਰਾਲੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਬੈਠੇ ਹੋਏ ਮੁਅੱਜ਼ਜ਼ ਹਾਜ਼ਰੀਨ, ਸਭ ਨੂੰ ਜੀ ਆਇਆਂ। ਵਜ਼ੀਰ ਖਾਨ ਦੀ ਖਈ ਵਹੀ ਖੋਲ ਕੇ ਤੇ ਕੀਤਾ ਹਿਸਾਬ ਪਾਈ ਪਾਈ ਬੰਦੇ, ਲੈਂਦੇ ਵੱਲੋਂ ਡੁੱਬਣ ਦੀ ਥਾਂ ਸੂਰਜ ਚੜ੍ਹਦੇ ਵੱਲ ਖਲੋ ਸਕਦਾ ਹੈ, ਪਰ ਬੰਦਾ ਬਹਾਦਰ ਦੇ ਤੁੱਲ ਕੋਈ ਦੂਜਾ ਸਿੱਖ ਨਹੀਂ ਹੋ ਸਕਦਾ, ਕੋਈ ਦੂਜਾ ਸਿੱਖ ਨਹੀਂ ਹੋ ਸਕਦਾ। ਸੋ ਉਸ ਸ਼ਹਾਦਤ ਨੂੰ ਪੰਜਾਬ ਸਰਕਾਰ ਸਲਾਮ ਕਰਦੀ ਹੋਈ ਪ੍ਰੋਗਰਾਮ ਦਾ ਆਗਾਜ਼ ਪੰਜਾਬੀਆਂ ਦੀ ਉਸ ਫਖਰੇ ਕਲਾ ਦੇ ਨਾਲ, ਜੋ ਆਪਣੇ ਆਪ ਦੇ ਵਿੱਚ ਮੰਚ ਤੇ ਜੌਹਰ ਵਿਖਾਉਂਦੀਆਂ ਪੰਜਾਬੀਆਂ ਦੀ ਤਰਜਮਾਨੀ ਸ਼ਖਸੀਅਤ ਦੀ ਕਰਦੀਆਂ ਨੇ, ਪੰਜਾਬੀਆਂ ਦੀ ਮਾਰਸ਼ਲ ਆਰਟ ਗੱਤਕਾ। गगन तमामा बाजियो परेओ निशाने खाओ खेत जमाने सूरमा अब जूझन को दाओ सूरा सो पहचानिए जो लड़े दीन के हेत पुरजा पुरजा कट मरे कबू न जाने खेत सूरा सो पहचानिए जो लड़े दीन के हेत पुरजा पुरजा
ਵਿੱਚ ਨਜ਼ਾਰਾ ਬੱਚਿਆਂ ਵਧਾ ਚੱਲੀਆਂ पंजाब सरकार दा एक शानदार उपराला जिस दे विच इस शहीदी समागम दे राही आने वाली पीढ़ी नूं ये दस्सण दा एक सुनेहा है कि जागिए ते मान करिए अपने पंजाबी होण ते। मेरे सर पे जो रुतबा है तेरे दर से मिला है, मेरे सर पे जो रुतबा है वो तेरे दर से मिला है। ये और बात है कि ये सर भी तेरे दर से मिला है। लोगों को मिलता होगा अपने मुकद्दर से, लोगों को मिलता होगा अपने मुकद्दर से, पर मुझे तो मुकद्दर भी तेरे दर से मिला है। सो अज दे इस मंच के उत्ते मैं बड़े मान दे नाल सदा दे रही हाँ जसपिंदर, डॉक्टर जसपिंदर नरूला जी नूं। तू ही निशानी जीत की, आज तू ही जगवीर। तू ही निशानी जीत की, आज तू ही जगवीर। जीत की, जीत की, जीत के आज तू ही जगवीर। तू ही निशानी जीत की, आज तू ही जगवीर। अस्किर पाँव खंड खड़ग टपकता बड़े आरती सरोही सैफी, ये हमारे तीर, ये हमारे तीर। तू ही निशानी जीत की, आज तू ही जगवीर। जीत की, जीत की, जीत के तू ही तबर तलवार। नाम तिहारो जो जपे भई सिंध भगवान, भई सिंध भगवान। तू ही निशानी जीत की, आज तू ही जगवीर। जीत की, जीत की, जीत के काल तू ही, काली तू ही तेग आरती। तू ही निशानी जीत की, आज तू ही जगवीर। आज तू ही जगवीर। तू ही निशानी जीत की, आज तू ही जगवीर। जीत की, जीत की, जीत के मैं मंच ते सदा दे रही हाँ वाइस चांसलर पंजाबी यूनिवर्सिटी पटियाला प्रोफैसर जसपाल सिंह जी
ਜੋ ਸ਼ਾਇਦ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਵੀ ਜਾਂ ਤੁਸੀਂ ਵੀ ਨਹੀਂ ਪੜ੍ਹੀਆਂ ਸੁਣੀਆਂ ਹੋਣਗੀਆਂ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਗੇ। एक शायर का कलाम है, जिन लोगों को विरासत का एहसास नहीं होता उन लोगों का कोई इतिहास नहीं होता। पिछले कुछ दहाकियां तो ਅਸੀਂ सफल हो सके हाँ बाबा बंदा सिंह बहादुर की सही पिक्चर लोगों के सामने लियाउण विच, और अज वो दिन आ गया है ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਜਿਹੜਾ ਹੈ ਸਹੀ ਅਰਥਾਂ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰ ਪਾ ਰਹੇ ਹਾਂ। ਮੈਂ ਇਹ ਕਹਿ ਸਕਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਕਰਨੀ ਨਾਲ ਔਰ ਆਪਣੇ ਕਿਰਦਾਰ ਨਾਲ ਇਤਿਹਾਸ ਦਾ ਰੁਖ ਮੋੜ ਦਿੱਤਾ ਸੀ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਔਰ ਇਤਿਹਾਸ ਨੂੰ ਪੜ੍ਹ ਕੇ ਇਹ ਗੱਲ ਕਹਿ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਦਾ ਰੁਖ ਮੋੜ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਕਰਨੀ ਨਾਲ ਔਰ ਆਪਣੇ ਕਿਰਦਾਰ ਨਾਲ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਗਿਆ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਬਹੁਤਾ ਸਮਾਂ ਨਹੀਂ, ਮੈਂ ਸਿਰਫ ਦੋ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਦੋਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਦਾ ਔਰ ਆਪਣੇ ਇਤਿਹਾਸ ਦੇ ਵਰਕੇ ਫਲੋਰਦਾ। ਇੱਕ ਗੱਲ, ਇੱਕ ਨੁਕਤਾ ਇੱਕ ਮੁਲਾਕਾਤ ਬਾਰੇ ਹੈ। ਇੱਕ ਨੁਕਤਾ, ਇੱਕ ਗੱਲ, ਇੱਕ ਐਸੀ ਮੁਲਾਕਾਤ ਬਾਰੇ ਮੈਂ ਕਰਨਾ ਚਾਹੁੰਦਾ ਜਿਹਦਾ ਇਤਿਹਾਸ ਵਿੱਚ ਬਹੁਤ ਵੱਡਾ ਮੁਕਾਮ ਹੈ। ਔਰ ਦੂਸਰਾ ਨੁਕਤਾ, ਇੱਕ ਜਲੂਸ ਦੀ ਗੱਲ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਜਿਹਦੇ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਤੁਹਾਡੇ ਸਾਹਮਣੇ ਆ ਸਕਦੀ ਹੈ। ਦੁਨੀਆ ਦੇ ਇਤਿਹਾਸ ਵਿੱਚ ਇੱਕ ਐਸੀ ਮੁਲਾਕਾਤ ਹੋਈ ਸੀ ਜਿਸ ਮੁਲਾਕਾਤ ਦੀ ਕੋਈ ਦੂਜੀ ਮਿਸਾਲ ਇਤਿਹਾਸ 'ਚ ਨਹੀਂ ਮਿਲਦੀ। ਇੱਕ ਐਸਾ ਸੰਵਾਦ ਹੋਇਆ ਸੀ, ਡਾਇਲੌਗ ਹੋਇਆ ਸੀ ਜਿਹਦੀ ਦੂਸਰੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ। ਨਾਂਦੇੜ ਦੀ ਧਰਤੀ ਤੇ ਮਾਧੋ ਦਾਸ ਔਰ ਬਾਬਾ ਬੰਦਾ ਸਿੰਘ ਬਹਾਦਰ, ਜਿਹਦਾ ਨਾਮ ਮਾਧੋ ਦਾਸ ਸੀ ਉਸ ਵੇਲੇ, ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿਚਕਾਰ ਇਹ ਮੁਲਾਕਾਤ ਨਾਂਦੇੜ ਦੀ ਧਰਤੀ ਤੇ ਹੋਈ ਸੀ। ਜਿਹੜੀ ਮੁਲਾਕਾਤ ਹੈ, ਜਿਹੜਾ ਸੰਵਾਦ ਹੈ, ਉਹਦਾ ਕੋਈ ਚਸ਼ਮਦੀਦ ਗਵਾਹ ਨਹੀਂ। ਕਿਸੇ ਨੂੰ ਨਹੀਂ ਪਤਾ ਕਿ ਸੰਵਾਦ ਕੀ ਹੋਇਆ ਸੀ, ਉਸ ਮੁਲਾਕਾਤ ਵਿੱਚ ਕੀ ਵਾਪਰਿਆ ਸੀ, ਪਰ ਉਸ ਮੁਲਾਕਾਤ ਦਾ ਨਤੀਜਾ ਜਗ ਜ਼ਾਹਿਰ ਹੈ। ਸਾਰੀ ਦੁਨੀਆ ਉਸ ਮੁਲਾਕਾਤ ਦੇ ਨਤੀਜੇ ਨੂੰ, ਉਸ ਸੰਵਾਦ ਦੇ ਨਤੀਜੇ ਨੂੰ ਜਾਣਦੀ ਹੈ। ਔਰ ਅਸੀਂ ਜਾਣਦੇ ਹਾਂ ਕਿ ਨਤੀਜਾ ਕੀ ਹੋਇਆ ਸੀ। ਨਤੀਜਾ ਹੋਇਆ ਸੀ ਮਾਧੋ ਦਾਸ ਬੰਦਾ ਬਣ ਗਿਆ ਸੀ, ਗੁਰੂ ਦਾ ਬੰਦਾ ਬਣ ਗਿਆ ਸੀ। ਮਾਧੋ ਦਾਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਸੀ। ਉਸਨੇ ਆਪਣੀ ਪਿਛਲੀ ਜ਼ਿੰਦਗੀ ਨਾਲ ਤੋੜ ਵਿਛੋੜਾ ਕਰ ਲਿਆ ਸੀ। ਗੁਰ ਘਰ ਜਨਮ ਤੁਮਾਰੇ ਹੋਏ, ਪਿਛਲੇ ਜਾਤ ਵਰਨ ਸਭ ਖੋਏ, ਇਹ ਵਾਪਰ ਗਿਆ ਸੀ। ਨਾ ਉਸਦਾ ਕੋਈ ਜਾਤ ਰਿਹਾ ਸੀ, ਨਾ ਕੋਈ ਉਹਦਾ ਵਰਨ ਰਿਹਾ ਸੀ। ਇੱਕ ਨਵਾਂ ਬੰਦਾ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਣ ਗਿਆ ਸੀ। ਔਰ ਇੱਕ ਗੱਲ ਹੋਰ ਦੇਖਣ ਵਾਲੀ ਹੈ, ਇਸ ਮੁਲਾਕਾਤ ਦਾ ਨਤੀਜਾ ਜਗ ਜ਼ਾਹਿਰ ਹੈ। ਅਸੀਂ ਦੇਖ ਸਕਦੇ ਹਾਂ ਕਿ ਇਸ ਮੁਲਾਕਾਤ ਨੇ ਇਤਿਹਾਸ ਦੀਆਂ ਪਰਿਸਥਿਤੀਆਂ ਬਦਲ ਦਿੱਤੀਆਂ ਸਨ। ਇਸ ਮੁਲਾਕਾਤ ਨੇ ਸੱਤਾ ਦੇ ਸਮੀਕਰਨ ਬਦਲ ਦਿੱਤੇ ਸਨ। ਇਸ ਮੁਲਾਕਾਤ ਨੇ ਭਵਿੱਖ ਦੀ ਬਣਤਰ ਬਦਲ ਦਿੱਤੀ ਸੀ। ਇਸ ਮੁਲਾਕਾਤ ਦਾ ਫਾਲ ਆਊਟ ਕੀ ਹੋਇਆ ਹੈ, ਇਸ ਮੁਲਾਕਾਤ ਦਾ ਨਤੀਜਾ ਕੀ ਹੋਇਆ ਹੈ, ਉਹ ਵੇਖਣ ਵਾਲਾ ਹੈ। ਪਰਿਸਥਿਤੀਆਂ ਬਦਲ ਗਈਆਂ, ਸਮੀਕਰਨ ਬਦਲ ਗਏ, ਭਵਿੱਖ ਦੀ ਨੁਹਾਰ ਤੇ ਬਣਤਰ ਬਦਲ ਗਈ ਇਸ ਮੁਲਾਕਾਤ ਤੋਂ ਬਾਅਦ। ਇਸ ਮੁਲਾਕਾਤ ਤੋਂ ਬਾਅਦ ਇੱਕ ਐਸੀ ਮੁਹਿੰਮ ਸ਼ੁਰੂ ਹੋਈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਲਈ ਔਰ ਸਰਹੰਦ ਫਤਿਹ ਕਰਕੇ ਇੱਕ ਪਹਿਲਾ ਖੁਦ ਮੁਖਤਿਆਰ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਹ ਉਸ ਮੁਲਾਕਾਤ ਦਾ ਕਰਿਸ਼ਮਾ ਸੀ। ਜਿਹੜੀ ਮੁਲਾਕਾਤ ਦਾ ਜ਼ਿਕਰ ਮੈਂ ਕਰ ਰਿਹਾ ਕਿ ਕੋਈ ਉਹਦਾ ਚਸ਼ਮਦੀਦ ਗਵਾਹ ਨਹੀਂ, ਪਰ ਜੋ ਕੁਝ ਬਾਅਦ ਵਿੱਚ ਹੋਇਆ ਉਹ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ। ਖਾਲਸਾ ਰਾਜ ਦੀ ਸਥਾਪਨਾ ਹੋ ਗਈ ਸੀ। ਕਈ ਵਾਰ ਮੈਨੂੰ ਚੇਤਾ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਿੰਦੁਸਤਾਨ ਦੀ ਜਨਤਾ ਨਾਲ ਇੱਕ ਵਾਅਦਾ ਕੀਤਾ ਸੀ
ਔਰ ਉਹ ਇਤਿਹਾਸਕ ਲਿਖਤਾਂ ਵਿੱਚ ਦਰਜ ਹੈ ਉਹ ਕੀ ਵਾਅਦਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਾਅਦਾ ਕੀਤਾ ਸੀ, ਜਿਨ ਕੀ ਜਾਤ और कुल माही सरदारी नहीं भई कदाही, इन्हीं को सरदार बनाऊं तभे गोविंद सिंह नाम कहाऊं। राठन के संग रंक लड़ाऊं, भूप गरीबन को कहवाऊं, चिड़ियों से मैं बाज तुड़ाऊं, 1.25 लाख से एक लड़ाऊं तभे गोविंद सिंह नाम कहाऊं। ये अहद कीता सी गुरु गोबिंद सिंह पातशाह ने। 7 सनात और 12 जात, जाने नहीं राजनीति की बात, इन गरीब सिखन को देहो पातशाही, याद करें हमारी गुरियाई। जिन्होंने लोगों को राजनीति के कारीडोर च जान का अधिकार नहीं है, एक बारी मैं उन्होंने राज सत्ता ते विराजमान कर दियांगा। ये वायदा गुरु गोबिंद सिंह पातशाह ने भारत की जनता नाल कीता सी। मनु ये लगता है इस मुलाकात तो बाद बाबा बंदा सिंह बहादुर गुरु गोबिंद सिंह के बचनों को पूरा करता नज़र आता है। जदों मैं इतिहास के पन्ने देखदा, ਜਦੋਂ मैं देखता कि पहला खालसा राज सरहंद फतेह करन तो बाद ਜਿਹੜਾ ਹੈ ਉਹ ਸਥਾਪਿਤ ਹੋ ਗਿਆ ਸੀ। ਉਹ ਕੌਮ ਜਿਸਨੇ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਪਹਿਲੀ ਕਤਾਰ ਤੇ ਖੜੇ ਹੋ ਕੇ ਸਭ ਨੂੰ ਹੌਸਲੇ ਦਿੱਤੇ ਨੇ, ਸਭ ਨੂੰ ਪਨਾਹ ਦਿੱਤੀ ਹੈ। ਉਸ ਇਤਿਹਾਸ ਨੂੰ ਇੱਕ ਨਾਟਕੀ ਰੂਪਾਂਤਰ ਦੇ ਜ਼ਰੀਏ ਸੰਜੀਵ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੰਚ ਦੇ ਉੱਤੇ। ਕੌਣ? गुरु गोबिंद सिंह जी ने फरमाया, मैं जिसनू तू जानदा है। कौन? मैं नहीं जानदा। गुरु साहब ने कहा, माधोदास सोच। तुसी मेरे तो की चाਹੁੰਦੇ हो? गुरु साहब ने फिर फरमाया, माधोदास तुसी तां ध्यानी पुरुष हो, मुल्क के हालात जानते हो, धर्म की राह ते चलो। मैं धर्म की राह ते ही चल रहा। ऐ सुन के गुरु साहब ने कहा, जिहड़ा ताकत दे हुंदियां भी तेरे वांग दुनिया नूं छड्ड बैठे, उसनूं धर्मात्मा नहीं आखिया जा सकता। इस मुल्क दे वासियां दा माल, सबाब, अणख, इज्जत, जमीन तो लैके जमीर तक सब कुछ दाऽ ते लगे है। बोलण दी, सोचण दी, अकीदे दी कोई आज़ादी नहीं। सारी कुदरत नूं एक रंग च रंगिया जा रहा है। बच्चियां नूं, औरतां नूं जबरी कोया जा रहा है। मासूमां, निर्दोषां नूं कतल कीता जा रहा है। ये सब कुछ नाल मेरा की संबंध? मैं सन्यासी साधु, मैं अपनी विद्या नाल लोकां दा भला करदा। मैं अपना कर्म करदा बगैर किसी लोभ लालच दे। गुरु साहब ने माधोदास नूं कहा, कर्म करन दा फैसला बंदा किवें कर सकता है? बंदे दे मुल्क ते हालात फैसला करदे ने बंदे नूं किहड़ा कर्म करना चाहिए। मराठवाड़े देश की बर्बादी हो चुकी है। उत्तर च राजपुताना निहत्ते कर दिते ने। मथुरा च किसानी विद्रोह कुचल दिता गया। देश च तपस्वियां ते साधुआं नूं निस्तनाबूद कर दिता गया। पंजाब दे हज़ारां लोकां नूं दिल्ली दरबार खा गया। गुरु साहब ने फरमाया, माधोदास तुसी यह सब वेखदे होए, सहंदे होए चुप हो, खामोश हो। ऐ कैसी सुन मानसिकता है? ऐ किहड़े धर्म दी राह है? मैं इहदे च की कर सकदा हां? गुरु साहब ने माधोदास दे सवाल दा जवाब देंदे होए कहा, एक सूरवीर दा लहू तेरिया रगां च दौड़दा है। धर्म युद्ध दा ऐलान हो चुकिया। नगाड़े ते चोट लग चुकी है। अजिहे समयां च तेरा चुप बैठना, त्यागी जीवन जीना शोभा नहीं देंदा। गुरु साहब कहा, मेरे प्यारे बहादुर, त्यागी जीवन दा चोला ला के सूरमियां वाले वस्त्र धारण कर, अपने पिंडे विभूति उतार ते ऐ शस्त्र सजा ते संत सिपाही बन जा। तेरे च बहुत खिच है, इस लई हज़ारां मनुख तेरे श्रद्धालु ने। तेनू जन्म देन वाली धरती जंजीरां च जकड़ी पई है। जिस मां धरत ने तेरा पालन पोषण किया, उस ते हो रहे जबर जुल्म दा खात्मा कर। गुरु साहब ने हुक्म दिता, माधोदास उठ।
ਸਿੰਘ ਸਮਾਣੇ ਦੀ ਧਰਤੀ ਤੇ ਔਲਿਆ ਵਾਂਗਾਂ ਡਿੱਗੇ। ਸੁੱਤੇ ਪਏ ਨਵਾਬ, ਮੌਲਾਨੇ, ਸੈਯਦ ਸਾਰਿਆਂ ਨੂੰ ਦਬ ਲਿਆ। ਸਮਾਣੇ ਨੇ ਸਾਡੇ ਤੇ ਬੜੇ ਜ਼ੁਲਮ ਟਾਏ। ਹੁਣ ਬਈ ਖਾਤੇ ਬਰਾਬਰ ਕਰਨ ਦਾ ਵੇਲਾ ਆ ਗਿਆ ਹੈ। ਐ ਸਮਾਣਾ ਜੱਲਾਦਾ ਦਾ ਸ਼ਹਿਰਾ, ਛੋਟੇ ਸਾਹਿਬਜ਼ਾਦੇ ਅਤੇ 9ਵੇਂ ਗੁਰੂ ਦਾ ਸੀਸ ਕਲਮ ਕਰਨ ਵਾਲਿਆਂ ਦਾ ਸ਼ਹਿਰ। ਐ ਸਮਾਣਾ ਅਲੀ ਹੁਸੈਨ ਦਾ ਸ਼ਹਿਰ, ਜਿਨੇ ਕੁਰਾਨ ਦੀਆਂ 100 ਸੌਹਾਂ ਖਾ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ। ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜ ਗਿਆ ਤੇ ਸਾਡੇ ਕਈ ਪਵਿੱਤਰ ਗ੍ਰੰਥ ਪਾਣੀ 'ਚ ਹੜ ਗਏ। ਖਾਲਸਾ ਜੀਓ, ਸਾਨੂੰ ਫਤਿਹ ਨਸੀਬ ਹੋਏਗੀ। ਉਹ ਵੇਖੋ, ਇਸ ਇਲਾਕੇ ਦੇ ਮਿਹਨਤੀ ਪਿੰਡਾਂ ਦੇ ਲੋਕ ਜਿਹੜੇ ਚੌਧਰੀਆਂ, ਨਵਾਬਾਂ ਤੇ ਜ਼ਮੀਂਦਾਰਾਂ ਦੇ ਸਤਾਏ ਹੋਏ ਨੇ, ਉਹ ਵੀ ਹਥਿਆਰ ਲੈ ਕੇ ਖਾਲਸਾ ਫੌਜ ਲਈ ਜੂਝ ਰਹੇ ਨੇ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਖਾਲਸਾ ਜੀਓ, ਸਿਡੌਰੇ ਦੇ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਸਾਹਿਬ ਦੀ ਮਦਦ ਕੀਤੀ ਸੀ। ਸਿਡੌਰੇ ਦੇ ਚੌਧਰੀ ਉਸਮਾਨ ਖਾਨ ਨੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਸ਼ਹਿ ਤੇ ਪੀਰ ਜੀ ਦਾ ਕਤਲ ਕਰ ਦਿੱਤਾ। ਹੁਣ ਉਸਮਾਨ ਖਾਨ ਨੂੰ ਸੋਧਣ ਦਾ ਵੇਲਾ ਆ ਗਿਆ ਹੈ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਜ਼ੀਰ ਖਾਨ, ਇਹ ਵੇਖ, ਹੁਣ ਤੇਰਾ ਸਮਾਂ ਆ ਗਿਆ ਹੈ। ਆਪਣੇ ਖੁਦਾ ਨੂੰ ਯਾਦ ਕਰ। ਤੂੰ ਜਿਸ ਖੁਦਾ ਦੀ ਇਬਾਦਤ ਕਰਦਿਆਂ ਨਿਰਦੋਸ਼ੀਆਂ ਨੂੰ ਮਾਰੇ, ਹੁਣ ਉਹੀ ਖੁਦਾ ਤੇਰਾ ਹਿਸਾਬ ਬਰਾਬਰ ਕਰੇਗਾ। खामोश काफिर बंदे, आज हम तुझे जिंदा या मुर्दा बादशाह के आगे पेश करेंगे। मजलूमा निर्दोषा का कत्ल करके कोई बहादुर नहीं बनता वजीर खान। गुरु दे सिंघों, साडी जंग दा, लड़ाई दा मंतव हुकूमत करना नहीं है। गुरु साहब दे हलीमी राज नू बुलंद करना है, जिथे हर धर्म दे इंसान नू बोलण दी, सोचण दी ते अपने अकीदे दी आजादी होएगी। वो अपनी धरती ते हक सच दी किरत करे। खालसा राज अज तो जमीना दे मालकाना हक हलवाका ते बेजमीनियां नू सौंपदा है। सदियों तो पिछड़े किसान नू जमीन दा मालक बनाने दा ऐलान करदा है। रज के वाहो ते रज के खाओ। पिंडा परगणिया दा प्रबंध खालसा पंचायत दा राही कीता जाएगा। किरत तुसी करो, पर तुहाडी किरत ते हक वेलना कम चोरां दा होए। खालसा इस बेइंसाफी नू हरगिज मंजूर नहीं करदा।
ਕਿਰਤੀਆਂ ਦੇ ਪਸੀਨੇ ਦੀ ਇੱਕ ਇੱਕ ਬੂੰਦ ਦਾ ਮੂਲ ਖਾਲਸਾ ਅਦਾ ਕਰੇਗਾ। ਤੁਹਾਡੀ ਜਾਨ ਮਾਲ ਦੀ ਰਾਖੀ ਖਾਲਸਾ ਪੰਥ ਕਰੇਗਾ। ਮੈਂ ਇੱਕ ਅਪੀਲ ਕਰਨੀ ਚਾਹੁੰਦਾ, ਹਰ ਗੁਰੂ ਦੇ ਸਿੱਖ ਦਾ ਧਰਮ ਹੈ ਕਿ ਉਹ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਰ ਇੱਕ ਜੀ ਜੰਤ ਨਾਲ ਇਨਸਾਫ ਦੀ ਭਾਵਨਾ ਰੱਖੇ ਤੇ ਨਾਲ ਜ਼ੁਲਮ ਤੇ ਅਤਿਆਚਾਰ ਦਾ ਖਾਤਮਾ ਕਰੇ। ਸੱਚ ਤੇ ਇਨਸਾਫ ਦੇ ਪਵਿੱਤਰ ਰਾਹ ਤੇ ਚੱਲਣ ਵਾਲਿਆਂ ਦੀ ਪੁਸ਼ਤ ਪਨਾਹੀ ਕਰੇ। ਬੱਚਿਆਂ, ਧੀਆਂ ਤੇ ਔਰਤਾਂ ਦਾ ਸਤਿਕਾਰ ਕਾਇਮ ਰਹੇ। ਤਦ ਗੁਰੂ ਬੌੜੀ ਕਰੇਗਾ। ਸੋ ਉਸ ਕੌਮ ਦੇ ਵਾਰਿਸ ਹੋਣ ਦੇ ਨਾਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਨੇ ਉਹਨਾਂ ਯਾਦਗਾਰਾਂ ਨੂੰ ਸਾਂਭਿਆ, ਚੱਪੜ ਚਿੜੀ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ, ਐਡੀ ਵੱਡੀ ਸ਼ਹਾਦਤ ਜਿਸ ਸ਼ਹਾਦਤ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਸਿਰਲੱਥ ਯੋਧਾ ਕਰਾਰ ਦਿੱਤਾ। ਸੋ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਪੂਰੇ ਪੰਜਾਬੀਆਂ ਦੇ ਲਈ ਬੜਾ ਮਾਣ ਦਾ ਵਾਇਸ ਮੈਂ ਚਾਹਾਂਗੀ ਕਿ ਸਟੇਡੀਅਮ 'ਚ ਬੈਠਾ ਹੋਇਆ ਹਰ ਬੰਦਾ ਦਿਲੋਂ ਤਾੜੀਆਂ ਮਾਰੇ, ਕਿਉਂਕਿ ਆਪਣੀ ਸੋਚ ਦੇ ਨਾਲ ਪਤਾ ਲੱਗਣਾ ਚਾਹੀਦਾ ਹੈ, पता लगना चाहिए कि पंजाबियों का प्रोग्राम है। अपनी नज़र से हिंदुस्तान की तस्वीर को बदलने वाले माननीय हिंदुस्तान के प्रधानमंत्री श्री नरेंद्र मोदी जी ने सारिया सतरां उस कविता बौंदी बीर तो लईयां गईयां ने ਜਿਹੜੀਆਂ रविंद्रनाथ टैगोर की कलम मजबूर हो गई सी लिखण वास्ते, जिहड़ी श्रद्धांजलि उन्होंने दसम पिता दे सिख बाबा बंदा सिंह बहादुर नूं दित्ती सी। मैं बेनती करांगा कि आपां सारे हुण इस कविता बौंदी बीर नूं सुनिए और देखिए किस तरीके नाल तुहाडे आगे पेश की जा रही है। माधोदास नाम दा बंदा तांत्रिक विद्या धारी जी, हासिल करके रिधियां सिद्धियां बनिया फिरे शिकारी जी। तीर मार के 2 बच्चे एक हिरनी मारी जी, इसे गल दा दुख जदों उस लग्या भारी जी। फिर बैरागी बनिया छड़ के दुनियादारी जी, छड़ के दुनियादारी जी। Awake, ye dour and doughty Sikhs, your Guru calls. Tie up your hair in twisted braids, on Indus banks lift up your heads. Your Guru calls. The Sikh awake now greets the dawn with steadfast gaze. Hail Guruji, 1,000 throats the slogan raise. The awful clamour rends the sky. Guruji, hail! The fetters fall and fear goes by. 1,000 swords clang furiously, and Punjab echoes to the cry, Guruji, hail! गुरु गोबिंद ने दर्शन दे के, गुरु गोबिंद ने दर्शन दे के कीता साबर जी। बैरागी तो बनिया बंदा सिंह बहादुर जी, बैरागी तो बनिया बंदा सिंह बहादुर जी। The day of reckoning is now. Now is the hour.
to purge the breast of shame and fear, old scores to scour. Life and death are but meanest slaves. The soul is free. The day has dawned on Punjab's shores. Hail Guruji! पंज तीरां दी बख्शिश करके हथ तलवार फड़ाई, पंज तीरां दी बख्शिश करके हथ तलवार फड़ाई। चल बंदिया हुण सिख पंथ लई तेरी बारी आई, तेरी बारी आई। करदा जा हुण दुष्टां दे, करदा जा हुण दुष्टां दे हिसाब बराबर दी। बैरागी तो बनिया बंदा सिंह बहादुर जी, बैरागी तो बनिया बंदा सिंह बहादुर जी। Lo Delhi's satrap in his bower, stirred in his sleep, whose voices tear the midnight air beneath the sky, whose torches glare on banks so steep. The lifeblood gushed from many a gashed devoted breast. 100,000 souls fly past like birds to nest. His mother's brow the warrior decks with a blood-red stain. Sikh and Mughal grimly fight, in death's embrace each other tight. They clasp the twain, the bitten hawk now fights the snake. With beak and nail, the Sikh shouts back the fierce refrain, Guruji, hail! जितना जित दे और जग बंदा जी, ओ जितना जित दे जग बंदा जी, दिल्ली दे विच आए। खबर मिली के गुरु साहिब जी ओ ज्योति जोत समाए, ज्योति जोत समाए। पहला सी गुरु हाजिर, हाँ पहला सी गुरु हाजिर, ते हुण हाजिर नाजिर जी। बैरागी तो बनिया बंदा सिंह बहादुर जी, बैरागी तो बनिया बंदा सिंह बहादुर जी। In Gurdaspur's fort at last, they bound in chains and led the captive lion through the streets and lanes. To Delhi's gate, they led proud Banda bound in chains. The Mughal troops marched on and raised the dust ahead. Each soldier on his spike upbore a gory head. They raised the dust in Delhi's streets and marched ahead. 700 Sikhs lagged in the rear. Their fetters rang, the royal roads were thronged and windows open sprang. They vied, who should the foremost be to give his life? At dawn, 100 heads fell to the butcher's knife. 700 dead in 7 days, the murder done. In Banda's arms the Qazi gave his only son. Your hand shall kill, nor wince to kill the little one. They bound him fast, the little child, his only son. A heavenly light lit up the young and buoyant face. A fresh young voice rang through the hall. Jai Guruji, no fear at all. The boy kept fixed on Banda's face, his steadfast gaze. An awful hush fell on the court, a silence dead. And Banda's flesh they tore in shreds with tongs burnt red. Brave Banda died without a groan, a hero's death. All eyes were shut, fell on the court, the hush of death. ना गुरगद्दी उत्ते बैठे ना ही गुरु कहाया, सिर मत्थे ते हुक्म गुरु दा सिर दे नाल निभाया। सिर मत्थे ते हुक्म गुरु दा सिर दे नाल निभाया। हर पाने नूं मिठा मन के, हर पाने नूं मिठा मन के कीता याद जी।
जिस्म तो जुदा हुंदे ने, आत्मा तो नहीं। आओ वेखो सिख पंथ दा सूरमा बाबा बंदा सिंह जी बहादुर। जुल्म ना करांगे ना ही जुल्म सहांगे। साहिब श्री गुरु नानक देव जी महाराज ने हिंदुस्तान की धरती 'ਚ ਹੋ ਰਹੇ ਬਾਬਰ ਦੇ ਅਤਿਆਚਾਰ ਦਾ ਵਿਰੋਧ ਕੀਤਾ ਅਤੇ ਜੰਗ ਆਜ਼ਾਦੀ ਦਾ ਐਲਾਨ ਕੀਤਾ। ਉਸ ਦੇ ਮਾਰਗ ਤੇ 10ਵੇਂ ਪਾਤਸ਼ਾਹ श्री गुरु गोबिंद सिंह जी ने खालसा ਦੀ ਸਾਜਨਾ ਕੀਤੀ। देश ते कौम दी खातर अपने चारों साहिबजादे कुर्बान कीते। अमृत दी दात बख्शन तो बाद मैनू साहिबे कमाल गुरु गोबिंद सिंह जी ने शस्त्रा नाल साजिया ते पंजाब भेजिया। और गुरु दी दात दा सदका खालसे ने छप्पड़ छिड़ी ते अत्याचारी वजीर खान नू भारी शिकस्त दे के खालसा राज स्थापित किया। शहादत खालसे की जिंदगी का हिस्सा बन गई। सिख होने का मतलब शहादत लई तैयार रहना है। सिख होना जुल्म के खिलाफ आवाज उठाना है। सिख होना अपने गुरु के हुक्म विच रहना है। ਸਰਪਲਸ ਦੀ ਗੱਲ ਕੀਤੀ ਜਾਵੇ, ਭਾਵੇਂ ਵਰਲਡ ਬੈਂਕ ਨੇ ਜਿਹੜਾ ਪੰਜਾਬ ਨੂੰ ਇੱਕ ਰੁਤਬਾ ਦਿੱਤਾ ਹੈ ਕਿ ਸਭ ਤੋਂ ਵਧੀਆ ਅਗਰ ਸਟੇਟ ਹੈ, ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਵੇ, ਇਹ ਸਰ ਸੁਖਬੀਰ ਸਿੰਘ ਬਾਦਲ ਦੀ ਵਿਜ਼ਨ ਨੇ ਦਿੱਤਾ ਹੈ। ਮੈਂ ਬੇਨਤੀ ਕਰਾਂਗਾ ਸਰ ਸੁਖਬੀਰ ਸਿੰਘ ਬਾਦਲ ਨੂੰ, ਉਹ ਸੰਗਤਾਂ ਦੇ ਨਤਮਸਤਕ ਹੋਣਗੇ। ਦੇਸ਼ ਦੇ ਕੋਨੇ-ਕੋਨੇ ਤੋਂ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਮੇਰੇ ਸਿੱਖ ਭੈਣ ਭਰਾਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਿੱਖ ਕੌਮ ਦੇ ਮਹਾਨ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਦਿਵਸ ਨੂੰ ਮਨਾਉਣ ਵਾਸਤੇ, ਯਾਦ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ ਤੇ ਬੜੀ ਖੁਸ਼ੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਆਪ ਚੱਲ ਕੇ ਆਏ ਹਨ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮੁੱਖ ਮੰਤਰੀ ਸਾਹਿਬ ਮਿਲਣ ਗਏ, ਇਨਵਾਈਟ ਕਰਨ ਗਏ, ਤੇ ਮੁੱਖ ਪ੍ਰਧਾਨ ਮੰਤਰੀ ਜੀ ਨੇ ਇੱਕਦਮ ਕਿਹਾ ਕਿ ਮੈਂ ਜ਼ਰੂਰ ਆਉਂਗਾ ਤੇ ਮੈਨੂੰ ਜੋ ਮਰਜ਼ੀ ਸਮਾਂ ਕਹੋ, ਕੋਈ ਮਰਜ਼ੀ ਦਿਨ ਕੋ, ਮੈਂ ਉਸ ਪ੍ਰੋਗਰਾਮ ਤੇ ਜ਼ਰੂਰ ਆਉਂਗਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 1670 ਚ ਹੋਇਆ। ਉਹ ਇੱਕ ਬਹੁਤ ਵੱਡੇ ਪਹਿਲਵਾਨ ਸੀ, ਘੋੜਸਵਾਰ ਸਨ ਤੇ ਮਾਰਸ਼ਲ ਆਰਟ ਦੇ ਐਕਸਪਰਟ ਸਨ, ਪਰ ਉਹ ਫਿਰ ਬਰਾਗੀ ਬਣ ਗਏ। ਬਰਾਗੀ ਬਣਨ ਤੋਂ ਬਾਅਦ ਉਹ ਹਜ਼ੂਰ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਆਏ, ਉਹਨਾਂ ਤੋਂ ਆਸ਼ੀਰਵਾਦ ਲਿੱਤਾ ਤੇ ਉਹਦੇ ਬਾਅਦ ਆਸ਼ੀਰਵਾਦ ਦੇ ਲੈਣ ਤੋਂ ਬਾਅਦ ਪੰਜਾਬ ਪਹੁੰਚੇ ਤੇ ਸਿੱਖ ਕੌਮ ਦੇ ਦੁਸ਼ਮਣ ਮੁਗਲ ਬਾਦਸ਼ਾਹ ਵਜ਼ੀਰ ਖਾਨ ਨੂੰ ਹਰਾ ਕੇ, ਉਹਨੂੰ ਕਤਲ ਕਰਕੇ, ਉਹਦੇ ਰਾਜ ਨੂੰ ਖਤਮ ਕਰਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ। ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਬਾਦਸ਼ਾਹ ਬਣੇ, ਉਹਨਾਂ ਨੇ ਜਿਹੜੇ ਜ਼ਿਮੀਂਦਾਰ ਸੀ, ਜਿਨ੍ਹਾਂ ਦੀ ਕੋਈ ਮਲਕੀਅਤ ਨਹੀਂ ਸੀ, ਕੋਈ ਹੱਕ ਨਹੀਂ ਸੀ, ਉਹਨਾਂ ਨੂੰ ਜ਼ਮੀਨਾਂ ਦੇ ਕੇ ਮਾਲਕੀ ਬਣਾਇਆ। ਜਦੋਂ ਵੀ ਕੋਈ ਬਾਦਸ਼ਾਹ ਬਣਦਾ ਹੈ, ਸਭ ਤੋਂ ਪਹਿਲੇ ਆਪਣੇ ਨਾਂ ਦਾ ਸਿੱਕਾ ਸ਼ੁਰੂ ਕਰਦਾ ਹੈ, ਪੈਸੇ ਸ਼ੁਰੂ ਕਰਦਾ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲੇ ਬਾਦਸ਼ਾਹ ਰਹੇ ਹਨ ਜਿਨ੍ਹਾਂ ਨੇ ਆਪਣੇ ਨਾਂ ਤੇ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਆਪਣਾ ਸਿੱਕਾ ਚਲਾਇਆ। ਅੱਜ ਆਪਾਂ ਉਹਨਾਂ ਦੇ ਬੱਚੇ ਹਾਂ, ਦਸ਼ਮੇਸ਼ ਪਿਤਾ ਦੇ ਬੱਚੇ ਹਾਂ। ਸਿੱਖ ਕੌਮ ਇੱਕ ਛੋਟੀ ਜਿਹੀ ਕੌਮ ਹੈ। ਜੇ ਦੁਨੀਆ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ, ਜੇ ਦੂਜੇ ਧਰਮਾਂ ਨਾਲ ਦੇਖੀਏ, ਜਿੰਨੇ ਸਿੱਖ ਪੰਜਾਬ 'ਚ ਬਸਦੇ ਆ, ਉਹ ਤੋਂ ਦੁੱਗਣਾ ਪੰਜਾਬ ਤੋਂ ਬਾਹਰ ਤੇ ਦੁਨੀਆ ਦੇ ਕੋਨੇ-ਕੋਨੇ 'ਚ ਬਸਦੇ ਆ। ਜਿੱਥੇ ਵੀ ਆਪਣੇ ਭੈਣ ਭਰਾ ਬਸਦੇ ਆ, ਉੱਥੇ ਉਹਨਾਂ ਨੇ ਨਾਂ ਕਮਾਇਆ, ਮਿਹਨਤ ਕਸ਼ ਹੈ, ਹਿੰਮਤ ਕਰਦੇ ਆ, ਤੇ ਬੜੀ ਖੁਸ਼ੀ ਹੈ ਅੱਜ ਵੱਡੀਆਂ ਵੱਡੀਆਂ ਪਦਵੀਆਂ ਤੇ ਵੀ ਤੁਹਾਡੇ ਭੈਣ ਭਰਾ ਅੱਜ ਪਹੁੰਚ ਚੁੱਕੇ ਆ। ਕੈਨੇਡਾ ਮੁਲਕ ਹੈ, ਉਸ ਮੁਲਕ ਦੀ ਸਰਕਾਰ ਵਿੱਚ 5 ਮੰਤਰੀ ਆਪਣੇ ਸਿੱਖ ਭੈਣ ਭਰਾ ਹੈ, ਤੇ ਉਹਨਾਂ ਦੇਸ਼ ਦੀ ਰੱਖਿਆ ਮੰਤਰੀ ਜਿਹੜਾ ਉਸ ਦੇਸ਼ ਨੂੰ ਰੱਖਿਆ ਕਰ ਰਿਹਾ ਹੈ, ਉਹ ਆਪਣਾ ਭਰਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਪਣੇ ਕੋਲੇ ਬੈਠੇ ਆ। ਆਜ਼ਾਦੀ ਦੇ ਤਕਰੀਬਨ 70 ਸਾਲ ਪੂਰੇ ਹੋ ਰਹੇ ਆ। ਆਜ਼ਾਦੀ ਦੇ 70 ਸਾਲ ਪੂਰੇ ਹੋ ਰਹੇ ਆ, ਤੇ ਮੈਂ ਕਹਿ ਸਕਦਾ ਕਿ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਆਪਣੇ ਸਿੱਖ ਭੈਣ ਭਰਾਵਾਂ ਨੇ ਦਿੱਤੀਆਂ, ਤੇ ਬਹਾਦਰ ਪੰਜਾਬੀਆਂ ਨੇ ਦਿੱਤੀਆਂ। ਅੰਗਰੇਜ਼ਾਂ ਨਾਲ ਜਦੋਂ ਲੜਾਈ ਚੱਲੀ, ਅੰਗਰੇਜ਼ਾਂ ਨਾਲ ਜਦੋਂ ਲੜਾਈ ਆਪਾਂ ਲੜੀ, ਅੰਗਰੇਜ਼ਾਂ ਨੇ ਕੋਈ ਤਕਰੀਬਨ 2900 ਦੇਸ਼ ਦੇ ਲੋਕਾਂ ਨੂੰ ਉਮਰ ਕੈਦ ਕੀਤਾ। ਆਜ਼ਾਦੀ ਦੀ ਲੜਾਈ 'ਚ 2900 ਪੂਰੇ ਦੇਸ਼ ਵਿੱਚ ਉਮਰ ਕੈਦ ਕੀਤਾ। ਉਹਨਾਂ 2900 ਚੋਂ 2200 ਕੱਲੇ ਤੁਹਾਡੇ ਸਿੱਖ ਭੈਣ ਭਰਾ ਸੀ। ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ। ਅੰਗਰੇਜ਼ਾਂ ਨੇ ਲੜਾਈ ਜੰਗ ਦੀ ਲੜਾਈ ਵਿੱਚ 121 ਲੋਕਾਂ ਨੂੰ ਫਾਂਸੀ ਦਿੱਤੀ। ਉਹਨਾਂ 121 ਵਿੱਚੋਂ 93 ਸਿੱਖ ਸੀ। ਮੈਨੂੰ ਮੌਕਾ ਮਿਲਿਆ, ਮੈਂ ਅੰਡਮਾਨ ਐਂਡ ਨਿਕੋਬਾਰ ਆਈਲੈਂਡ ਗਿਆ, ਜਿਹਨੂੰ ਕਾਲਾ ਪਾਣੀ ਕਿਹਾ ਜਾਂਦਾ ਹੈ, ਜਿੱਥੇ ਅੰਗਰੇਜ਼ਾਂ ਨੇ ਆਪਣੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਬਹੁਤ ਮਾੜੀ ਜੇਲ੍ਹ 'ਚ ਰੱਖਿਆ। ਜਦੋਂ ਮੈਂ ਉੱਥੇ ਗਿਆ, ਮੈਂ ਦੇਖਣਾ ਚਾਹੁੰਦਾ ਸੀ ਕਿ ਜੀ ਹਾਲਾਤ 'ਚ ਰੱਖੇ ਗਏ ਤੇ ਕਿਵੇਂ ਰੱਖੇ ਗਏ। ਜਦੋਂ ਮੈਂ ਉੱਥੇ ਗਿਆ, ਜੇਲ੍ਹ ਦੇ ਸਾਹਮਣੇ ਗਿਆ, ਉੱਥੇ ਨਾਂ ਲਿਖੇ ਹਨ, ਕਿਹਨੂੰ ਕਿਹਨੂੰ ਕਿਸ ਜੇਲ੍ਹ 'ਚ ਰੱਖਿਆ ਸੀ, ਕਿਹੜੇ ਖਾਨੇ 'ਚ ਰੱਖਿਆ ਸੀ। ਤੁਸੀਂ ਹੈਰਾਨ ਰਹਿ ਜਾਓਗੇ, 85% ਆਪਣੇ ਸਿੱਖ ਭੈਣ ਭਰਾ ਸੀ ਆਪਣੇ, ਜਿਨ੍ਹਾਂ ਨੂੰ ਕਾਲਾ ਪਾਣੀ ਦੀ ਜੇਲ੍ਹਾਂ 'ਚ ਰੱਖਿਆ ਗਿਆ। ਜਲਿਆਂਵਾਲਾ ਬਾਗ ਵਿੱਚ ਜਦੋਂ ਅੰਗਰੇਜ਼ਾਂ ਨੇ ਗੋਲੀ ਚਲਾਈ, ਤਕਰੀਬਨ 2000 ਸਿੱਖਾਂ ਨੂੰ ਸ਼ਹੀਦ ਕੀਤਾ। ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਆਜ਼ਾਦੀ ਦੀ ਵਾਸਤੇ, ਤੇ 85% ਜੋ ਆਜ਼ਾਦ ਹਿੰਦ ਫੌਜ ਦੇ ਜੋ ਸੈਨਿਕ ਸੀ, ਜੋ ਫੌਜੀ ਸੀ, ਆਪਣੇ ਸਿੱਖ ਭਰਾ ਸੀ। ਪਾਰਟੀਸ਼ਨ ਹੋਇਆ, ਦੇਸ਼ ਆਜ਼ਾਦ ਹੋਇਆ, ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਇਆ। ਲੱਖਾਂ ਸਿੱਖ ਭੈਣਾਂ ਭਰਾਵਾਂ ਦੀ ਜਾਨਾਂ ਗਈਆਂ, ਕੋਈ ਉਧਰ ਰਹਿ ਗਏ, ਕੋਈ ਇੱਧਰ ਰਹਿ ਗਏ। ਕਤਲੇਆਮ ਜੋ ਹੋਇਆ, ਅਸਲੀ ਲੜਾਈ ਜੋ ਹੋਈ, ਨੁਕਸਾਨ ਹੋਇਆ, ਤੇ ਪੰਜਾਬ 'ਚ ਹੀ ਹੋਇਆ। ਆਹ ਤਾਂ ਆਪਣਾ, ਜੇ ਤੁਸੀਂ ਦੇਖੋ, ਸਿੱਖ ਇਤਿਹਾਸ ਦੀ ਕੁਰਬਾਨੀ ਹੈ। ਜਦੋਂ ਵੀ ਜੰਗਾਂ ਲੜੀਆਂ ਪੰਜਾਬ ਪਾਕਿਸਤਾਨ ਨਾਲ, ਸਭ ਤੋਂ ਵੱਧ ਟੈਂਕਾਂ ਤੋਪਾਂ ਦੇ ਗੋਲੇ ਗਿਰੇ ਤੇ ਪੰਜਾਬ 'ਚ ਗਿਰੇ। ਮੈਨੂੰ ਯਾਦ ਹੈ, ਪੰਜਾਬ ਦੇ ਬਹਾਦਰ ਬਜ਼ੁਰਗ ਨੌਜਵਾਨ ਬੱਚੇ ਫੌਜੀਆਂ ਨੂੰ ਰੋਟੀ ਦੇਣ ਜਾਂਦੇ ਸੀ, ਗੋਲਿਆਂ ਦੀ ਪਰਵਾਹ ਨਾ ਕਰਦੇ ਕਰਦੇ ਦੇਸ਼ ਦੀ ਲੜਾਈ ਵਿੱਚ ਜੋ ਹਿੱਸਾ ਦੇ ਸਕਣਾ ਚਾਹੁੰਦੇ ਸੀ, ਜੋ ਹਿੱਸਾ ਦੇ ਸਕਦੇ ਸੀ, ਉਹਨਾਂ ਨੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ। ਦੇਸ਼ ਦੀ ਸਭ ਤੋਂ ਦੂਜੇ ਨੰਬਰ ਤੇ ਪੁਰਾਣੀ ਪਾਰਟੀ ਹੈ। ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਕਾਂਗਰਸ ਹੈ, ਉਹਦੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੈ। ਅੱਜ ਤਕਰੀਬਨ 95 ਸਾਲ ਹੋ ਗਏ ਅਕਾਲੀ ਦਲ ਦੇ ਜਨਮ ਹੋਏ ਨੂੰ।
ਆਜ਼ਾਦੀ ਦੀ ਲੜਾਈ ਤੋਂ ਪਹਿਲੇ ਵੀ, ਆਜ਼ਾਦੀ ਦੀ ਲੜਾਈ ਵਿੱਚ ਵੀ ਅਕਾਲੀ ਦਲ ਦੇ ਵਰਕਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਆਜ਼ਾਦੀ ਦੇ ਬਾਅਦ ਵੀ ਜਦੋਂ ਕਿਤੇ ਵੀ ਲੋੜ ਪਈ, ਸੰਘਰਸ਼ ਕਰਨ ਦੀ ਲੋੜ ਪਈ, ਜਿੱਥੇ ਜ਼ੁਲਮ ਕੀਤਾ, ਹੁਣੀ ਐਮਰਜੈਂਸੀ ਦੀ ਲੜਾਈ ਹੋਈ, ਆਜ਼ਾਦੀ ਦੇਸ਼ ਦੀ ਖਤਮ ਕਰ ਦਿੱਤੀ। ਐਮਰਜੈਂਸੀ ਦੇ ਦੌਰਾਨ ਸਭ ਤੋਂ ਵੱਧ ਜੇ ਕਿਸੇ ਪਾਰਟੀ ਦੇ ਲੋਕ ਜੇਲ੍ਹਾਂ 'ਚ ਗਏ, ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮੇ ਗਏ। ਮੁੱਖ ਮੰਤਰੀ ਬਾਦਲ ਸਾਹਿਬ ਪਹਿਲੇ ਦਿਨ ਹੀ ਉਹਨੇ ਸਾਰਾ ਕੰਮ ਛੱਡ ਕੇ ਉੱਥੇ ਗਏ ਤੇ ਐਸੀ ਕਰਨ ਮੁੱਖ ਮੰਤਰੀ ਬਾਦਲ ਸਾਹਿਬ ਨੇ, ਤੁਹਾਡੀ ਪੰਥਕ ਸਰਕਾਰ ਨੇ ਕੋਸ਼ਿਸ਼ ਕੀਤੀ ਪਿਛਲੇ 9-10 ਸਾਲ ਮੁੱਖ ਮੰਤਰੀ ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਬਣੇ ਹਨ। ਹਰ ਵਾਰ ਕੋਸ਼ਿਸ਼ ਕੀਤੀ ਤੇ ਐਕਤੀ 9 ਸਾਲਾਂ 'ਚ ਉਹਨਾਂ ਨੇ ਸਭ ਤੋਂ ਪਹਿਲ ਕਦਮ ਕੀਤਾ, ਸਿੱਖ ਵਿਰਸੇ ਨੂੰ ਸੰਭਾਲਿਆ। ਤਕਰੀਬਨ 1000 ਕਰੋੜ ਰੁਪਇਆ ਲਾ ਕੇ ਜਿਹੜਾ ਆਪਣਾ ਵਿਰਸਾ, ਆਪਣੀਆਂ ਯਾਦਗਾਰਾਂ, ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ। ਵਿਰਾਸਤ-ਏ ਖਾਲਸਾ ਆਨੰਦਪੁਰ ਸਾਹਿਬ ਬਣਾਇਆ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਜਿਹੜੇ ਆਪਣੇ ਬੱਚੇ ਉਹਨਾਂ ਨੂੰ ਪਤਾ ਨਹੀਂ, ਵੱਡੇ ਘੱਲੂਘਾਰੇ ਦੌਰਾਨ 4-5 ਦਿਨਾਂ ਦੇ ਅੰਦਰ ਅੰਦਰ 30,000 ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸੀ, ਪਰ ਆਪਣੇ ਬੱਚਿਆਂ ਨੂੰ ਪਤਾ ਨਹੀਂ। ਉਹ ਜਗ੍ਹਾ ਤੇ ਯਾਦਗਾਰ ਬਣਾਈ, ਇਤਿਹਾਸ ਦੀ ਸਾਰਾ ਪੰਨਾ ਦਿਖਾਇਆ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਈ। ਕੱਲੇ ਸਿੱਖ ਧਰਮ ਦਾ ਨਹੀਂ, ਮੁੱਖ ਮੰਤਰੀ ਦੀ ਸੋਚ ਰਹੀ ਹੈ ਬਾਦਲ ਸਾਹਿਬ ਦੀ। ਬਾਦਲ ਸਾਹਿਬ ਨੇ ਪਹਿਲੇ ਮੁੱਖ ਮੰਤਰੀ ਹੋਣੇ ਜਿਹੜੇ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਜਾ ਕੇ ਉਹਨਾਂ ਨੇ ਹਰ ਜਗ੍ਹਾ ਬਣਾਏ ਹੈ। ਬਾਦਲ ਸਾਹਿਬ ਨੇ ਜਿੰਨੇ ਵੀ ਬਾਕੀ ਧਰਮਾਂ ਦੇ ਸ਼ੁਭ ਸਥਾਨ ਹਨ, ਰਾਮ ਤੀਰਥ ਸਥਾਨ ਹੈ, ਗੁਰੂ ਰਵਿਦਾਸ ਜੀ ਦਾ ਸਥਾਨ ਹੈ, ਉੱਥੇ ਕਰੋੜਾਂ ਰੁਪਏ ਲਾ ਕੇ ਉਹਨਾਂ ਨੂੰ ਬਹੁਤ ਸੁੰਦਰ ਬਣਾਇਆ। ਪੰਜਾਬ ਇੱਕ ਐਜਾ ਸੂਬਾ ਹੈ, ਅਮਨ ਪ੍ਰਸਤ ਸੂਬਾ ਹੈ। ਭਾਵੇਂ ਆਪਾਂ ਬਾਰਡਰ ਤੇ ਹਾਂ, ਪਰ ਬਹਾਦਰ ਪੰਜਾਬੀਆਂ ਨੇ ਅਮਨ ਸ਼ਾਂਤੀ ਰੱਖੀ ਹੈ। ਕਿਤੇ ਵੀ ਪੰਜਾਬ ਵਿੱਚ ਦੰਗਾ ਪ੍ਰਸ਼ਾਦ ਅੱਜ ਤੱਕ ਨਹੀਂ ਹੋਇਆ, ਕਿਉਂਕਿ ਹਰ ਲੋਕ ਪੰਜਾਬੀ ਭਾਈਚਾਰਕ ਸਾਂਝ ਰੱਖਦੇ ਆ, ਇਕੱਠੇ ਰਹਿ ਕੇ ਪੰਜਾਬ ਦੀ ਤਰੱਕੀ ਮੰਨਦੇ ਆ। ਮੈਨੂੰ ਬੜੀ ਖੁਸ਼ੀ ਹੈ ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਤਾਬਦੀ ਮਨਾ ਰਹੇ ਹਾਂ। ਜਨਵਰੀ ਜਾ ਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਜਨਮ ਦਿਹਾੜਾ ਮਨਾਉਣ ਲੱਗੇ ਆ, ਬੜੀ ਧੂਮਧਾਮ ਨਾਲ ਮਨਾਉਣ ਲੱਗੇ ਆ। ਮੈਂ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ, ਜਿਨ੍ਹਾਂ ਨੇ ਆਪਣੇ ਬਜਟ ਵਿੱਚ 100 ਕਰੋੜ ਰੁਪਇਆ ਕੱਲੀ ਮਨਾਉਣ ਵਾਸਤੇ ਜਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਮਨਾਉਣ ਵਾਸਤੇ 100 ਕਰੋੜ ਰੁਪਏ ਦਿੱਤਾ ਹੈ। ਤੇ ਮੁੱਖ ਮੰਤਰੀ ਬਾਦਲ ਸਾਹਿਬ ਨੇ ਵੀ ਆਪਣੇ ਪੰਜਾਬ ਸਰਕਾਰ ਤੋਂ 100 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਵੀ ਇਸ ਕੰਮ ਨੂੰ ਮਨਾਉਣ ਵਾਸਤੇ ਰੱਖਿਆ। ਪਰ ਮੈਨੂੰ ਇੱਕ ਦੁੱਖ ਲੱਗਦਾ ਹੈ, ਮੈਨੂੰ ਬੜਾ ਦੁੱਖ ਲੱਗਦਾ ਹੈ ਜਦੋਂ ਉਸ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਕਈ ਸਾਜ਼ਿਸ਼ਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਬਹਾਦਰ ਨੌਜਵਾਨ ਬੱਚਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ, ਗੁਰੂ ਦੇ ਬੱਚਿਆਂ ਨੂੰ, ਗੁਰੂ ਦੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ। ਕਈ ਐਜੀਆਂ ਪਾਰਟੀਆਂ ਜਿਨ੍ਹਾਂ ਨੇ ਟੈਂਕਾਂ ਤੋਪਾਂ ਨਾਲ ਆਪਣੇ ਗੁਰੂ ਧਾਮਾਂ ਤੇ ਹਮਲਾ ਕੀਤਾ, ਉਹ ਹੁਣ ਪੰਜਾਬ ਨੂੰ, ਪਹਿਲੇ ਉਹ ਅਤਵਾਦੀ ਕਹਿੰਦੇ ਸੀ, ਹਰ ਸਿੱਖ ਨੂੰ ਉਹਨਾਂ ਨੇ ਅਤਵਾਦੀ ਬਣਾ ਦਿੱਤਾ ਸੀ, ਤੇ ਹੁਣ ਹਰ ਸਿੱਖ ਨੂੰ, ਨੌਜਵਾਨ ਨੂੰ ਉਹ ਕਹਿੰਦੇ ਨਸ਼ੇੜੀ ਹੈ। ਉਹ ਤਾਕਤਾਂ ਜਿਨ੍ਹਾਂ ਦੇ ਦਿਲ ਵਿੱਚ ਕੌਮ ਤੇ ਪੰਜਾਬ ਦੀ ਨਫ਼ਰਤ ਹੈ। ਐ ਜੀ ਬਦਨਾਮੀ। ਪਰ ਮੈਂ ਕਹਿ ਸਕਦਾ ਪੰਜਾਬ ਉਹ ਸੂਬਾ ਹੈ, ਜੋ ਮਰਜ਼ੀ ਕਹੀ ਜਾਣ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਪਣੇ ਸਾਹਮਣੇ ਬੈਠੇ ਆ, ਸਾਰੇ ਸੈਂਟਰ ਦੇ ਵਜ਼ੀਰ ਬੈਠੇ ਆ। ਪੰਜਾਬ ਉਹ ਸੂਬਾ ਹਿੰਦੁਸਤਾਨ ਦਾ ਜਿਹੜਾ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ, ਜਿਹੜਾ ਹਿੰਦੁਸਤਾਨ ਨੂੰ ਅੰਨ ਦਿੰਦਾ ਹੈ। 60-65% ਜਿਹੜਾ ਦੇਸ਼ ਨੂੰ ਅੰਨ ਸੈਂਟਰਲ ਪੂਲ ਜਾਂਦਾ ਹੈ, ਉਹ ਛੋਟੇ ਜਿਹੇ ਸੂਬੇ ਪੰਜਾਬ ਤੋਂ ਜਾਂਦਾ ਹੈ। ਪੰਜਾਬ ਉਹ ਸੂਬਾ ਹੈ ਜਿਹੜਾ ਪਰ ਕੈਪੀਟਾ ਮਿਲਕ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹਿੰਦੁਸਤਾਨ 'ਚ ਹੈ। ਪੰਜਾਬ ਉਹ ਸੂਬਾ ਹੈ ਜਿੱਥੇ ਸਭ ਤੋਂ ਵੱਧ ਹਿੰਦੁਸਤਾਨ 'ਚ ਮਸ਼ਰੂਮ ਪੈਦਾ ਹੁੰਦੇ ਹੈ। ਪੰਜਾਬ ਉਹ ਸੂਬਾ ਹੈ ਜਿਹੜਾ ਹਿੰਦੁਸਤਾਨ ਸਭ ਤੋਂ ਜ਼ਿਆਦਾ ਕਿੰਨੋਂ ਪੈਦਾ ਹੁੰਦੇ ਹੈ ਤੇ ਸਭ ਤੋਂ ਹਾਈਐਸਟ ਲੀਚੀ ਦੀ ਪ੍ਰੋਡਕਸ਼ਨ ਹੈ। ਪੰਜਾਬ ਉਹ ਸੂਬਾ ਹੈ ਜਿੱਥੇ ਸਭ ਤੋਂ ਵੱਧ ਟਰੈਕਟਰ ਬਣਦੇ ਆ, ਪੰਜਾਬ 'ਚ ਐਗਰੀਕਲਚਰ ਇੰਪਲੀਮੈਂਟ ਬਣਦੇ ਆ, ਕੰਬਾਈਨਾਂ ਬਣਦੀਆਂ। ਪੰਜਾਬ ਉਹ ਸੂਬਾ ਹੈ
ਜਿਹੜੇ ਸਭ ਤੋਂ ਵੱਧ ਹੌਜ਼ਰੀ ਤੇ ਰੈਡੀਮੇਡ ਗਾਰਮੈਂਟ ਜੇ ਹਿੰਦੁਸਤਾਨ 'ਚ ਬਣਦੇ ਆ, ਪੰਜਾਬ 'ਚ ਬਣਦੇ ਆ। ਪੰਜਾਬ ਉਹ ਸੂਬਾ ਹੈ ਜਿਹੜੇ ਦੇਸ਼ ਦੇ 85% ਸਾਈਕਲ ਕੱਲੇ ਪੰਜਾਬ 'ਚ ਬਣਦੇ ਆ। ਪੰਜਾਬ ਉਹ ਸੂਬਾ ਹੈ ਜਿਹੜਾ ਦੇਸ਼ ਦੇ ਸਭ ਤੋਂ ਜ਼ਿਆਦਾ ਹੈਂਡ ਟੂਲਸ ਦੇਸ਼ ਦੇ ਪੰਜਾਬ 'ਚ ਬਣਦੇ ਆ ਤੇ ਦੇਸ਼ ਤੋਂ ਬਾਅਦ ਐਕਸਪੋਰਟ ਵੀ ਪੰਜਾਬ ਤੋਂ ਹੁੰਦੇ ਆ। ਪੰਜਾਬ ਉਹ ਸੂਬਾ ਹੈ ਸਭ ਤੋਂ ਵੱਧ ਸਪੋਰਟਸ ਇਕਵਿਪਮੈਂਟ, ਸੂਇੰਗ ਮਸ਼ੀਨ ਵੱਡੀ ਲਿਸਟ ਹੈ। ਜੇ ਅਸੀਂ ਮਿਹਨਤੀ ਨਾ ਹੋਈਏ, ਜੇ ਅਸੀਂ ਨਸ਼ੇੜੀ ਹੋਈਏ, ਆ ਕੁਝ ਹੋ ਸਕਦਾ ਹੈ? ਇਸ ਕਰ ਇਹਨਾਂ ਤਾਕਤਾਂ ਤੋਂ ਬਚਣ ਦੀ ਲੋੜ ਹੈ। ਅੱਜ ਆਪਾਂ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ 'ਚ ਆਪਾਂ ਇਕੱਠੇ ਸ਼ਤਾਬਦੀ ਤੇ ਸ਼ਹੀਦੀ ਦਿਨ ਤੇ ਇਕੱਠੇ ਹੋਏ ਆ। ਆਪਾਂ ਉਹ ਗੁਰੂਆਂ ਦੇ ਬੱਚੇ ਆ ਜਿਨ੍ਹਾਂ ਨੇ ਆਪਣੀ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ। ਸਿੱਖ ਕੌਮ ਇੱਕ ਬਹਾਦਰ ਕੌਮ ਹੈ। ਗੁਰੂ ਸਾਹਿਬ ਦੇ ਬੱਚੇ ਆਪਾਂ, ਜਿਹੜੀਆਂ ਤਾਕਤਾਂ ਆਪਣੇ ਟੱਕਰ ਲੈਣਗੇ, ਬਦਨਾਮ ਕਰਨਗੀਆਂ, ਉਹਨਾਂ ਨਾਲ ਸਾਨੂੰ ਲੜਨਾ ਆਉਂਦਾ ਹੈ। ਇਸ ਕਰਕੇ ਆਓ ਅੱਜ ਆਪਾਂ ਇਕੱਠੇ ਹੋਏ ਆ। ਅੱਜ 300 ਸਾਲਾ ਸ਼ਹੀਦੀ ਦਿਵਸ ਤੇ ਇਕੱਠੇ ਹੋਏ ਆ। ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਵਿੱਚ ਹੈ। ਮੈਂ ਸਾਰੀ ਕੌਮ ਤਰਫੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਦਾ ਸੰਗਤਾਂ ਦੇ ਰੂਬਰੂ ਹੋਣਗੇ। ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ। ਅੱਜ ਆਪਾਂ ਸਾਰੇ ਮਿਲ ਕੇ ਬੰਦਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹਾਦਤ ਦਾ ਦਿਨ ਮਨਾ ਰਹੇ। ਬੰਦਾ ਸਿੰਘ ਬਹਾਦਰ ਜੀ ਗੁਰੂ ਘਰ ਦੇ ਨਿਕ ਸੇਵਕ ਸਨ ਔਰ ਮੈਂ ਕਹਿ ਸਕਦਾ ਕਿ ਦੁਨੀਆ ਦੇ ਜਰਨੈਲਾਂ ਚੋਂ ਸਭ ਤੋਂ ਅਜ਼ੀਮ ਜਰਨੈਲ ਹੋਏ। ਮੈਂ ਬਹੁਤ ਇਤਿਹਾਸ ਨਹੀਂ ਜਾਣਾ ਚਾਹੁੰਦਾ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਥਾਪੜਾ ਔਰ 5 ਤੀਰ ਨਗਾਰਾ ਔਰ ਕੁਝ ਸੈ ਲੈ ਕੇ ਉਹ ਨੰਦੇੜ ਤੋਂ ਚੱਲੇ। ਇੰਨੀ ਛੋਟੀ ਥੋੜੇ ਇਨਸਾਨ ਹਿੰਦੁਸਤਾਨ ਦੀ ਜੋ ਉਸ ਵੇਲੇ ਦੀ ਮੁਗਲ ਸੰਸਕਾਰ ਸੀ ਉਹਦਾ ਮੁਕਾਬਲਾ ਕਰਨ ਵਾਸਤੇ ਤੇ ਸਰਹੰਦ ਵਿੱਚ ਜ਼ੁਲਮ ਦਾ ਜੋ ਇੰਤਹਾ ਹੋਈ ਸੀ ਉਹਦਾ ਟਾਕਰਾ ਕਰਨ ਲਈ। ਸਿੱਖ ਇਤਿਹਾਸ ਵਿੱਚ ਕੁਰਬਾਨੀ ਜਿਹੜੀ ਹੈ, ਜ਼ਬਰ ਜ਼ੁਬਰ ਦੇ ਖਿਲਾਫ ਲੜਨਾ, ਉਹ ਸਾਨੂੰ ਗੁਰਤੀ 'ਚ ਮਿਲਿਆ, ਗੁਰੂ ਸਾਹਿਬਾਨ ਤੋਂ ਮਿਲਿਆ। श्री गुरु नानक देव जी ने उस वेले दी हुकूमत बाबर दी हुकूमत सी, ओह जिहा हुकूमतां दे खिलाफ कोई आवाज नहीं उठा सकता सी। उस वेले गुरु नानक देव जी ने कहा, बाबर जाबर राजे शी मुकदम कुत्ते जायज गैन बैठे सुते। गुरु नानक देव जी महाराज नूं भी बाबर दियां जेल च जाना पिया। श्री गुरु अर्जन देव जी महाराज ने तत्तियां तवियां ते बह के बहुत सारी दुनिया च इस तरह की शहादत नहीं जिहड़ी उन्होंने दी। फिर श्री गुरु तेग बहादुर जी ने हिंदू धर्म की रक्षा लई, फ्रीडम ऑफ रिलीजन लई दिल्ली च आके अपना सीस दिता। ते श्री गुरु गोबिंद सिंह जी महाराज ने अपना सारा सरबंस वार दिता। एडा वड्डा कुर्बानी का इतिहास आपां नूं गुरती च मिलिया। और फिर भी मैं कह सकदा, कोई भी मौका आया देश वास्ते तुसीं कुर्बानियां कीतियां। महाराजा रणजीत सिंह जी ने ਜਿਹੜੇ ਧਾਰਵੀ ਆਉਂਦੇ ਸਨ ਉਹਨਾਂ ਨੂੰ ਰੋਕਿਆ। ਫਿਰ ਜੰਗੇ ਆਜ਼ਾਦੀ ਦੀ ਲੜਾਈ ਲੜੀ ਗਈ, ਸਭ ਤੋਂ ਵੱਧ ਆਪਾਂ ਹਿੱਸਾ ਪਾਇਆ। ਔਰ ਮੈਂ ਵੀ ਕਹਿਣਾ ਚਾਹੁੰਦਾ, ਐਮਰਜੈਂਸੀ ਦੀ ਲੜਾਈ ਵੀ ਬੜੀ ਵੱਡੀ ਲੜਾਈ ਸੀ। ਉਦੋਂ ਵੀ ਜੇ ਪਹਿਲੇ ਦਿਨ ਤੋਂ ਅਖੀਰ ਤੱਕ ਮੋਰਚਾ ਲਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ।
ਅੱਜ ਵੀ ਪ੍ਰਧਾਨ ਮੰਤਰੀ ਜੀ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਦੇਸ਼ ਨੂੰ ਕਦੇ ਕੋਈ ਮੁਸੀਬਤ ਆਏਗੀ, ਆਉਣੀ ਤਾਂ ਨਹੀਂ, ਪਰ ਅਸੀਂ ਆਪਣਾ ਇਤਿਹਾਸ ਦੁਹਰਾਉਂਦੇ ਹੋਏ ਹਰ ਕੁਰਬਾਨੀ ਨਾਲ ਤਿਆਰ ਹਾਂ। ਜਿੱਥੇ ਸਾਨੂੰ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਗੁੜਤੀ ਮਿਲੀ ਹੈ, ਉੱਥੇ ਹੋਰ ਵੱਡੀਆਂ ਚੀਜ਼ਾਂ ਸੈਕੂਲਰਿਜ਼ਮ, ਸੋਸ਼ਲਿਜ਼ਮ, ਦੁਨੀਆ 'ਚ ਬੜੀਆਂ ਥਿਊਰੀਆਂ ਚੱਲਦੀਆਂ, ਬੜਾ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ, ਪਰ ਸਹੀ ਮਾਇਨਿਆਂ ਵਿੱਚ ਗੁਰੂ ਸਾਹਿਬਾਨ ਨੇ ਸੈਕੂਲਰ ਸੋਸ਼ਲਿਜ਼ਮ ਦਾ ਸਬਕ ਆਪਾਂ ਨੂੰ ਪੜਾਇਆ। ਸ਼੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਸਾਰੀ ਮਨੁੱਖਤਾ ਦਾ ਮੰਦਰ ਹੈ, ਲੇਕਿਨ ਉਹਦੇ 4 ਦਰਵਾਜ਼ੇ ਆ। ਕੀ ਮਤਲਬ ਹੈ? ਉਪਦੇਸ਼ ਚੋ ਵਰਨਾ ਕੋ ਸਾਂਝਾ, ਕੋਈ ਧਰਮ ਨਹੀਂ, ਕੋਈ ਦੂਜਾ ਨਹੀਂ, ਸਭ ਨੂੰ ਸਾਂਝਾ। ਔਰ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਜਾ ਰੱਖਿਆ ਹੈ, ਉਹ ਮੀਆਂ ਮੀਰ ਇੱਕ ਮੁਸਲਮਾਨ ਨੇ ਰੱਖਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨੀ ਵੱਡੀ ਸਾਂਝੀਵਾਲਤਾ ਔਰ ਸੈਕੂਲਰਿਜ਼ਮ ਹੈ ਕਿ ਉਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ 6 ਗੁਰੂਆਂ ਦੀ ਬਾਣੀ ਹੈ, ਬਾਕੀ ਹਿੰਦੂ ਮੁਸਲਮ ਸਭ ਧਰਮਾਂ ਦੇ ਜਿਹੜੇ ਵੱਡੀਆਂ ਸ਼ਖਸੀਅਤਾਂ ਧਾਰਮਿਕ ਹੋਈਆਂ ਉਹਨਾਂ ਦੀਆਂ ਬਾਣੀਆਂ। ਇਹ ਸਾਨੂੰ ਸਾਰਾ ਕੁਝ ਵਿਰਸੇ 'ਚ ਮਿਲਿਆ ਔਰ ਦੇਸ਼ ਤੇ ਕਦੇ ਵੀ ਲੋੜ ਪਈ ਹੈ ਤਾਂ ਅਸੀਂ ਪਿੱਠਾ ਨਹੀਂ ਵਿਖਾਇਆ। ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਜੀ ਲੇਟ ਹੋ ਰਹੇ ਹੈ, ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਸਾਡੇ ਦੇਸ਼ ਵਿੱਚ ਇਹ ਜਿਹੜੇ ਸਮਾਗਮ ਹੈ ਕਿਸੇ ਸਟੇਟ ਦਾ ਜਾਂ ਜਿਹੜਾ ਨੈਸ਼ਨਲ ਇੰਪੋਰਟੈਂਸ ਰੱਖਦੇ ਹੈ, ਜਿਵੇਂ ਸ਼੍ਰੀ ਤੇਗ ਬਹਾਦਰ ਜੀ ਨੇ ਐਸੀ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਕਿ ਧਰਮ ਦੀ ਆਜ਼ਾਦੀ ਵਾਸਤੇ ਕਿਸੇ ਧਰਮ ਦੀ ਤਬਦੀਲੀ ਨਹੀਂ। ਇਹ ਸੈਂਟਰ ਵੱਲੋਂ ਦਿੱਲੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਇਹ ਜਿਹੇ ਸਮਾਗਮ ਕਿਸੇ ਕੋਈ ਇਤਿਹਾਸ ਨਾਲ ਤਾਲੁਕ ਰੱਖਣੇ ਚਾਹੀਦੇ। ਅੱਜ ਆਪਣੇ ਬੱਚੇ ਇਹ ਇਤਿਹਾਸ ਆਪਣਾ ਭੁੱਲਦੇ ਜਾ ਰਹੇ ਹੈ ਔਰ ਮੈਂ ਮਾਣ ਨਾਲ ਕਹਿਣਾ, ਫਖਰ ਨਾਲ ਕਹਿਣਾ ਕਿ ਪੰਜਾਬ ਨੇ ਆ ਸਾਡੇ ਇਸ ਪੀਰੀਅਡ ਵਿੱਚ ਇਹ ਜਿਹੀਆਂ ਯਾਦਗਾਰਾਂ ਬਣਾਈਆਂ, ਨੈਸ਼ਨਲ ਲੈਵਲ ਦੀਆਂ ਯਾਦਗਾਰਾਂ, ਜਿਵੇਂ ਜੰਗੇ ਆਜ਼ਾਦੀ। ਕਿਤੇ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਜਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ, ਕੋਈ ਉਸ ਸਟੈਂਡਰਡ ਦੀ ਯਾਦਗਾਰ ਨਹੀਂ। 4 ਮਹੀਨਿਆਂ 'ਚ ਮੁਕੰਮਲ ਹੋ ਜਾਣੀ ਹੈ ਔਰ 300 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਲਾ ਕੇ ਅਸੀਂ ਸਾਰੀ ਜੰਗੇ ਆਜ਼ਾਦੀ ਦੀ, ਜਿਵੇਂ ਅੱਜ ਬੰਦਾ ਸਿੰਘ ਬਹਾਦਰ ਦੀ ਗੱਲ ਹੋਈ ਹੈ, ਜੰਗੇ ਆਜ਼ਾਦੀ ਦੀ ਕਰ ਰਹੇ। ਫੌਜੀ ਭਰਾ ਸਾਡੇ ਸਰਹੱਦਾਂ ਤੇ ਜਾਨ ਦਿੰਦੇ ਹੈ, ਯਾਦਗਾਰ ਕੋਈ ਨਹੀਂ। ਇਹ ਪੰਜਾਬ ਹੀ ਪਹਿਲਾ ਸੂਬਾ ਹੈ ਜਿੱਥੇ ਯਾਦਗਾਰ ਜੰਗੇ ਆਜ਼ਾਦੀ ਦੀ ਵੀ ਬਣ ਰਹੀ। ਜਿਹੜੀਆਂ ਗੱਲਾਂ ਸੁਖਬੀਰ ਨੇ ਕੀਤੀਆਂ ਮੈਂ ਉਹਨੂੰ ਦੁਹਰਾਉਣਾ ਚਾਹੁੰਦਾ। ਮੈਂ ਸਮਝਦਾ ਕਿ ਇੱਕ ਨੈਸ਼ਨਲ ਸਪਿਰਿਟ ਉਹ ਪੈਦਾ ਕਰਨ ਵਾਸਤੇ ਇਹ ਜਿਹੇ ਸਮਾਗਮ ਦੇਸ਼ ਪੱਧਰ ਤੇ ਹੋਣੇ ਚਾਹੀਦੇ ਹੈ ਤਾਂ ਕਿ ਸਾਡੀਆਂ ਆਉਣੀਆਂ ਵਾਲੀਆਂ ਨਸਲਾਂ ਜਿਹੜੀਆਂ ਉਹ ਇਸ ਚੀਜ਼ਾਂ ਨੂੰ ਸਮਝ ਸਕਣ ਤੇ ਇਹਦੀ ਮਗਰ ਲੱਗ ਕੇ ਇੱਕ ਚੰਗੇ ਹਿੰਦੁਸਤਾਨੀ ਬਣ। ਮੈਂ ਅਖੀਰ ਵਿੱਚ ਪ੍ਰਧਾਨ ਮੰਤਰੀ ਜੀ ਦਿਲਪ੍ਰੀਤ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਇਸ ਸਮਾਗਮ ਵਿੱਚ ਉਹਨਾਂ ਨੇ ਦਰਸ਼ਨ ਦਿੱਤੇ ਹੈ। ਇੰਨਾ ਹੀ ਕਹਿ ਕੇ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਨ ਜਾ ਰਿਹਾ ਸਰ ਸੁਖਬੀਰ ਸਿੰਘ ਬਾਦਲ ਜੀ ਨੂੰ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਟੇਜ ਤੇ ਲੈ ਕੇ ਆਉਣ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਇੱਕ ਐਸੀ ਛਵੀ ਹਿੰਦੁਸਤਾਨੀਆਂ ਦੀ ਬਾਹਰਲੇ ਮੁਲਕਾਂ 'ਚ ਬਣਾਈ ਹੈ। ਅੱਜ ਜਿੱਥੇ ਜਾਂਦੇ ਆ ਸਾਨੂੰ ਇੱਕ ਐਸੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਜਿਵੇਂ ਅਸੀਂ ਕਿਸੇ ਬੜੀ ਵੱਡੀ ਤਾਕਤਵਰ ਮੁਲਕ ਤੋਂ ਆਏ ਹਾਂ। ਅੱਜ ਦੇਸ਼ ਦੇ ਦੁਨੀਆ ਦੇ ਵੱਡੇ ਵੱਡੇ ਦੇਸ਼, ਭਾਵੇਂ ਅਮਰੀਕਾ ਹੋਵੇ, ਜਾਪਾਨ ਹੋਵੇ, ਚਾਈਨਾ ਹੋਵੇ, ਉਹ ਅੱਜ ਸਾਡੇ ਲੋਹੇ ਨੂੰ ਮੰਨਦੇ ਨੇ। ਔਰ ਮੈਂ ਸਮਝਦਾ ਇਹ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਾਰੀ ਟੀਮ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਰੁਤਬਾ ਦੇਸ਼ ਵਾਸੀਆਂ ਦਾ ਵਧਾਇਆ।
ਕਿ ਅੱਜ ਸਾਨੂੰ ਮਾਣ ਹੈ ਹਿੰਦੁਸਤਾਨੀ ਹੋਣ ਦਾ। ਅੱਜ ਦੇ ਮੁੱਖ ਮਹਿਮਾਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਨੂੰ ਬੇਨਤੀ ਕਰਦਾ ਵਾਂ ਕਿ ਉਹ ਮੰਚ ਤੇ ਆਣ ਔਰ ਆਪਣੇ ਸ਼ਬਦਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ट्रिब्यूट पेश करन। जो बोले सो निहाल। गवर्नर श्रीमान कप्तान सिंह जी सोलंकी, भारत की राजनीति में लंबे अरसे तक जिन्होंने न सिर्फ पंजाब को लेकिन देश की एकता और अखंडता के लिए अहम भूमिका निभाई है, ऐसे पंजाब के आदरणीय मुख्यमंत्री सरदार प्रकाश सिंह जी बादल साहब, हरियाणा के मुख्यमंत्री श्रीमान मनोहर लाल जी खट्टर, मेरे मित्र भाई सुखबीर जी, मंत्री परिषद के मेरी साथी हरसिमरत जी, रविशंकर जी और विशाल संख्या में पधारे हुए प्यारे भाइयों और बहनों, इस साल बाबा बंदा सिंह बहादुर दा 300 साला शहीदी दिवस ना सिर्फ पंजाब ਜਾਂ ਹਿੰਦੁਸਤਾਨੀ ਧਰਤੀ ਤੇ ਹੀ ਸਗੋਂ ਸੰਸਾਰ ਭਰ ਵੀ ਜਿੱਥੇ ਜਿੱਥੇ ਵੀ ਹਿੰਦੁਸਤਾਨੀ ਵਸਦੇ ਹਨ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਹੁਣ ਜਦੋਂ ਅਸੀਂ ਸਾਰੇ ਉਹਨਾਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਕੇ ਨਤਮਸਤਕ ਹੁੰਦੇ ਹਾਂ, ਉਦੋਂ ਮੈਂ ਤੁਹਾਡੇ ਨਾਲ ਇਸ ਮਹਾਨ ਯੋਧੇ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਾਂਗਾ। आज हमने कविवर रविंद्रनाथ टैगोर द्वारा रची हुई बाबा बंदा सिंह की त्याग और बलिदान की गाथा एक बहुत ही खूबसूरत कविता के माध्यम से हमने सुनी और जैसे मानो वो कालखंड हमारे सामने जीवित हो गया। इस कविता से यह बात स्पष्ट है कि बंदा बहादुर वो उस शख्सियत का नाम था जहां पर त्याग और बलिदान की धरोहर पर समाज के प्रति संवेदना, समाज के सुख दुख के लिए मर मिटने की कामना, न सिर्फ वीरता, न सिर्फ बलिदान, लेकिन समाज सुधार, सामान्य मानवीय के अधिकार, ऐसी मजबूत नींव जिस महापुरुष ने, जिस वीर योद्धा ने रखी, उनकी 300वीं शहीदी पर आज हम उनसे प्रेरणा लेने के लिए, उनसे कुछ सीखने के लिए और उनकी सीख को हमारे कार्यकलाप में लाने के लिए आज हम उनका पुण्य स्मरण कर रहे हैं। बाबा बंदा सिंह की बात पंजाब या उत्तर भारत तक सीमित नहीं था। उनका जीवन एक आदर्श है जो 300 साल से भारत के लोगों को प्रेरणा देता रहा है। हम सब जानते हैं
कि बंदा बहादुर जी एक महान योद्धा होने के साथ साथ सामान्य मानवी के प्रति अत्यंत संवेदनशील ऐसे प्रशासक के रूप में इतिहास पर अपना नाम अंकित करके गए हैं। लेकिन जब गुरुदेव टैगोर ने उनके बारे में लिखा तो वो मानवीय गुण हमारे सामने प्रस्तुत किए जो दूसरों के लिए मिसाल होते हैं, जो दूसरों को जीवन भर प्रेरणा देते हैं। एक पल भी, एक डगर भी अपने मार्ग से विचलित हुआ बहादुर बंदा सिंह को इतिहास में कहीं ढूंढने पर भी नजर नहीं आता है। ये छोटी बात नहीं है। बंदा सिंह पूरे कार्यकाल तक सिर्फ हथियार हाथ में तलवार रखते थे ऐसा नहीं, वो तलवार की धार पर जीवन जीते थे। और उसके कारण जीवन का इतना संघर्षमय काल, शासकीय काल, लेकिन कभी भी मार्ग से विचलित न होना, लक्ष्य को ओझल नहीं होना देना। मैं समझता हूं इतिहास में ऐसी शक्तियां बहुत कम नजर आती है। बंदा सिंह बहादुर जी का साहस, उनका कर्तव्य भाव रविंद्रनाथ टैगोर की प्रेरणा बने, ये अपने आप में एक मिसाल है। विपरीत परिस्थितियों में भी साहस के साथ, स्वाभिमान के साथ जीवन में मुकाबला किया जाता है। ये अगर किसी से सीखना है तो बंदा बहादुर जी पर गुरु रविंद्रनाथ जी ने जो कविता लिखी है, उस कविता के एक एक शब्द से हमें वो जीवन जीने की प्रेरणा मिलती है, हमारा रास्ता प्रशस्त करती है। 18वीं शताब्दी के जिस दौर में बंदा सिंह बहादुर जी का जन्म हुआ, उस वक्त देश सामाजिक, आर्थिक और राजनीतिक उथल पुथल से गुजर रहा था। आप कितनी भी उम्र के हो, देश के किसी भी हिस्से में हो, लेकिन इन परिवर्तनों का असर, सीधा सीधा असर समाज के हर तबके पर पड़ता है। बंदा बहादुर जी का बचपन भी इन बातों से अछूता नहीं रहा। वे आसपास के माहौल को देख रहे थे, समझ रहे थे, लेकिन कहते हैं कि इंसान की जिंदगी में कई बार सिर्फ एक घटना उसकी आने वाली जिंदगी का सफर तय कर देती है। बंदा सिंह बहादुर जी के साथ भी ऐसा ही हुआ। किशोर अवस्था में एक जानवर को मारने के बाद वो इतने परेशान हो गए, उन्हें इतनी आत्मग्लानि हुई कि वो बैरागी हो गए। हम भगवान बुद्ध की कथा सुनते हैं, दो भाई जंगल जाते हैं, हंस मारने वाला कि बचाने वाले का, और जो बचाने का पक्ष लेता था वो सिद्धार्थ बुद्ध बन जाता है। बंदा बहादुर सिंह एक घटना उनके मन को आंदोलित कर गई और वे बैरागी बन गए। ये बैराग
उन्हें गुरु गोविंद सिंह जी के चरणों में ले गया। नांदेड़ में गुरु गोविंद सिंह जी मुलाकात के बाद ही उनके पुराने जीवन की पहचान पीछे छूट गई। संसार का वो हाल छोड़ दिया। कभी माधोदास के नाम से जाने जाते थे, वो बात इतिहास के घर में डूब गई और वे बंदा सिंह का नाम धारण करते हुए इस मुलाकात के बाद एक बैरागी किशोर गुरु गोविंद सिंह जी की प्रेरणा से एक महान सैनिक बनने के राह पर चल पड़ा। बाबा बंदा सिंह बहादुर जी ने गुरु गोविंद सिंह के वचनों को अपने मन और कर्म में बसा लिया था। शायद गुरु के प्रति ऐसा समर्पण जो बंदा सिंह बहादुर ने दिखाया है, वो गुरु शिष्य परंपरा की एक उज्जवल मिसाल मैं कह सकता हूं। और इतिहास गवाह है कि इसके बाद गुरु गोविंद सिंह जी के इस बंदे ने कैसे अपने साथ हजारों लोगों को जोड़ा, व्यवस्था परिवर्तन की एक नई शुरुआत की, एक महान संगठक के रूप में उन्होंने समाज के हर तबके के लोगों को अपने साथ जोड़ा। जैसे छत्रपति शिवाजी महाराज ने छोटे छोटे मालवाओं को अपने साथ जोड़ करके एक महान सैन्य शक्ति का निर्माण किया था। बंदा सिंह बहादुर ने भी समाज के हर तबके के लोगों को अपने साथ जोड़ करके एक महान सैन्य शक्ति का, अपनी संगठन कौशल्य का, एक ग्रेट ऑर्गेनाइजर का उन्होंने परिचय करवाया था। और संगठन की शक्ति से बड़े बड़े लक्ष्य भी हासिल किए जा सकते हैं। उनके पास न संसाधन थे, न रुपये पैसे थे, न राज था। अगर उनके पास था तो संगठन का कौशल्य था, हौसला बुलंद था, और जो ठान लेते थे उसे करने के लिए, जीवन भर को खपा देने के लिए, दमखम के साथ अपने आप को आहूत करने के लिए वो हर पल तैयार रहते थे। बंदा सिंह बहादुर के शासन में पहली बार पंजाब की धरती पर गरीब किसान जमीन का मालिक बना। जो बोए वही खाए, ये सिद्धांत को बंदा सिंह बहादुर ने किसानों को उनका अधिकार वापस लौटाया। बंदा सिंह जानते थे कि अगर गरीबों का उत्थान करना है तो उन्हें अधिकार देना ही होगा। वो किसानों की आर्थिक आजादी के पक्षधर थे। जो आज समाजवादी विचारधारा की चर्चा करते हैं, बंदा सिंह के शासनकाल के एक एक निर्णय को देखेंगे तो समाज के सामान्य मानवी को एम्पावर कैसे करना, उसके भीतर विकास की अलग कैसे जगाना और सामान्य मानवी की शक्तियों के भरोसे पूरे मुल्क को आबादी की ओर कैसे ले जाना, ये बंदा सिंह जी की पूरे शासनकाल के हर निर्णय के भीतर हम महसूस करते थे। वो जानते थे कि इस देश में गरीबी तब दूर होगी जब समाज के हर तबके का विकास होगा। असंतुलित विकास की हर अड़चन को उन्होंने दूर किया। उनके शासन में गरीबों और पिछड़ी जातियों के हित पूरी तरह सुरक्षित थे और उन्हें
बिना किसी भेदभाव के साथ न्याय मिलता था। एक महान योद्धा होते हुए भी उस दौर में लोकतंत्र के प्रति बंदा सिंह बहादुर का समर्पण आज भी एक मिसाल है, प्रेरणादायक है। उन्होंने शासन की सारी शक्तियां सिर्फ अपने हाथ में नहीं रखी थी, वे खुद को शासन का सिर्फ एक साझीदार मानते थे। यहां तक कि सिक्के और मुहर भी उन्होंने अपना नहीं, गुरु नानक देव जी का और गुरु गोविंद सिंह जी के नाम चलवाए। अपना नाम कभी आगे नहीं रखा। आज के युग की राजनीति को देखें, पता चले वो तो तलवार की नोक पर जीवन आहूत करके शासन व्यवस्था पर विराजमान हुए थे। उनका हक बनता था, लेकिन उन्होंने अपने लिए कभी इस हक का उपयोग नहीं किया। अंतर्भूत मन में लोकतांत्रिक मूल्यों का कैसा जतन हुआ होगा, वो हम इस बात से महसूस कर सकते हैं, अनुभव कर सकते हैं। वे इस देश की सांस्कृतिक और धार्मिक विविधताओं को सम्मान देते थे। वैसे तो सिख इतिहास के हर पन्ने पर, और ये मैं बहुत जिम्मेवारी के साथ कहता हूं, सिख इतिहास के हर पन्ने पर शहीदों की दास्तानें दर्ज है। लेकिन बाबा सिंह बहादुर जी की शहादत शायद ही कोई और उदाहरण हमें मिल सकता है। जो कभी बैरागी थे, उन्हें राष्ट्रभक्ति ने इतना हौसला दे दिया था कि वो ना यातनाओं से डरे, न वो मौत से डरे थे। इस 300 साला शहीदी समागम के मौके पर मैं बंदा सिंह जी की विलक्षण प्रतिभा, उनके साहस और उनकी शहादत को शत शत नमन करता हूं। श्री गुरु ग्रंथ साहब में अंकित भक्त कबीर जी के शब्दों में ही कहूं तो, सूरा सो पहचानिए जो लड़े दिन के हेत, पुरजा पुरजा कर मरे कभू ना छोड़े खेत। मुझे खुशी है कि आदरणीय प्रकाश सिंह जी बादल के नेतृत्व में पंजाब सरकार ने 2010 में चिप्पड़चिड़ी के ऐतिहासिक मैदान में फतह बुर्ज बनवाकर बाबा बंदा सिंह बहादुर और उनके साथियों की शहादत को श्रद्धांजलि दी, एक बहुत ऐतिहासिक सम्मान दिया। यह फतह बुर्ज सिर्फ पंजाब ही नहीं, बल्कि दूसरे देश के हिस्सों के लिए भी, नौजवानों के लिए भी, आने वाली पीढ़ियों के लिए भी एक प्रेरणा का स्रोत है। पिछले एक साल में पंजाब सरकार समेत शिरोमणि गुरुद्वारा प्रबंधक कमेटी और दिल्ली सिख गुरुद्वारा प्रबंधक कमेटी बाबा सिंह बहादुर जी के 300 साल शहीदी समागम मनाने के लिए कई आयोजन कर चुकी है। आगे भी कई आयोजन होने वाले हैं। मेरी इस महापुरुष को नमन करने के साथ साथ इस कार्यक्रमों के लिए भी अनेक अनेक शुभकामनाएं हैं। इस साल
और भी एक बड़ा सौभाग्य देश के कोटि कोटि जनों को मिलने वाला है, और वो सौभाग्य है गुरु गोविंद सिंह जी के जन्म की 350वीं वर्षगांठ बहुत ही सम्मान के साथ भारत सरकार मनाने जा रही है। और देश के हर कोने में मनाई जाएगी। दुनिया भर में जहां हिंदुस्तानी फैले हैं उन सब जगह पर मनाई जाएगी। और इस प्रयोजन हेतु भारत सरकार ने 100 करोड़ रुपए की राशि आवंटित की गई है। समारोह के आयोजन के लिए एक उच्च स्तरीय राष्ट्रीय समिति का गठन किया जा रहा है, और मुझे विश्वास है कि इतिहास की ये घटनाएं हमारी आने वाली पीढ़ी को हमारी जड़ों से जोड़ेगी। जो इतिहास को भुला देते हैं वे कभी इतिहास रच नहीं सकते हैं। इतिहास वही रच सकते हैं जो इतिहास की जड़ों से जुड़े रहते हैं। और इसलिए हम 300 साल मनाए, हम 350 साल मनाए, हम शताब्दी मनाए, ये सारे अवसर हमें उन महान परंपराओं के साथ जोड़ते हैं, ऐतिहासिक धरोहर के साथ जोड़ते हैं, और उससे भविष्य की राह तय करने के लिए हमें एक नई ऊर्जा देते हैं, नई प्रेरणा देते हैं, एक नवचेतना देते हैं। मुझे विश्वास है कि बाबा बंदा सिंह बहादुर जी को जिस प्रकार से हम स्मरण कर रहे हैं, वे वीरता के साथ साथ त्याग और बलिदान के साथ साथ एक प्रशासक के रूप में, समाज सुधारक के रूप में भी समाज के बाद पहुंचेगा। मैं उनके श्री चरणों में प्रणाम करता हूं और उनके जीवन से प्रेरणा लेकर हम समाज की सेवा कर सके, देश की सेवा कर सके, यही कामना करता हूं। और इस समारोह में आने के लिए मुझे अवसर मिला, मुझे जो सम्मान मिला, इसलिए मैं सबका बहुत बहुत आभारी हूं। वाहेगुरु जी का खालसा, वाहेगुरु जी की फतेह। ਧੰਨਵਾਦ ਪ੍ਰਧਾਨ ਮੰਤਰੀ ਸਾਹਿਬ, ਜਿਨ੍ਹਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਉਸ ਸਿੱਖ ਜਰਨੈਲ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਔਰ ਦੱਸਿਆ ਕਿ ਕਿਸ ਤਰੀਕੇ ਉਹ ਗਰੀਬਾਂ ਦੀ ਸੋਚ, ਜਿਹੜਾ ਕਨਸੈਪਟ ਦਸਮ ਪਿਤਾ ਦਾ ਸੀ, ਉਸ ਰਾਜ ਨੂੰ ਉਹਨਾਂ ਨੇ ਸਿਰਜਿਆ। ਮੈਂ ਹੁਣ ਬੇਨਤੀ ਕਰਨ ਜਾ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਸਰ ਮਨਜਿੰਦਰ ਸਿੰਘ ਸਰਸਾ ਨੂੰ। ਉਹ ਸਟੇਜ ਤੇ ਆਣਗੇ ਔਰ ਆ ਕੇ ਆਏ ਹੋਏ ਸਾਰੇ ਮਹਿਮਾਨਾਂ ਦਾ, ਮੁੱਖ ਮਹਿਮਾਨ ਸਾਹਿਬ ਦਾ ਧੰਨਵਾਦ ਕਰਨਗੇ। ਸਰ ਮਨਜਿੰਦਰ ਸਿੰਘ ਸਰਸਾ। ਅਸੀਂ ਬਹੁਤ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀय ਸ਼੍ਰੀ ਨਰਿੰਦਰ ਮੋਦੀ ਜੀ ਦਾ, ਜਿੱਥੇ ਅੱਜ 300 ਸਾਲਾ ਇਸ ਸ਼ਤਾਬਦੀ ਰੂਪੀ ਯੱਗ ਅੰਦਰ ਆ ਕੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਹੋਏ ਜੇ। ਉੱਥੇ ਅੱਜ ਤੁਹਾਡੇ ਇਸ ਸੁਨਹਿਰੀ ਅਲਫਾਜ਼ਾਂ ਦੇ ਨਾਲ ਦੁਨੀਆ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਹੀ ਮਾਇਨਿਆਂ ਦੇ ਅੰਦਰ ਇੱਕ ਪਛਾਣ ਮਿਲ ਰਹੀ ਆ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ PM ਸਾਹਿਬ। ਜਦੋਂ ਦੇਸ਼ ਦੇ ਅੰਦਰ, ਜਦੋਂ ਹਿਸਟਰੀ ਦੇ ਅੰਦਰ ਦੋ ਨਾਮ ਲਏ ਜਾਣਗੇ, ਪੁੱਛਿਆ ਜਾਏਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਹੀ ਮਾਇਨਿਆਂ ਦੇ ਅੰਦਰ ਦੇਸ਼ ਦੇ ਅੰਦਰ ਕਿੰਨਾ ਲੋਕਾਂ ਨੇ ਉਹਨਾਂ ਦੇ ਮਾਣ ਔਰ ਸਤਿਕਾਰ ਨੂੰ ਪੇਸ਼ ਕੀਤਾ ਸੀਗਾ, ਤੇ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਨਾਮ ਲਿਆ ਜਾਏਗਾ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਉਸ ਮਹਾਨ ਯਾਦਗਾਰ ਨੂੰ ਸਥਾਪਿਤ ਕੀਤਾ ਹੈ। ਮੈਂ ਦੇਸ਼ ਦੇ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਔਰ ਕਰੋੜਾਂ ਸਰੋਤੇ ਜਿਹੜੇ TV ਤੇ ਇਸ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਸਾਰਿਆਂ ਵੱਲੋਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਵੱਲੋਂ, ਦਿਲ ਦੀਆਂ ਗਹਿਰਾਈਆਂ ਦੇ ਨਾਲ ਸ਼ਤ-ਸ਼ਤ ਪ੍ਰਣਾਮ ਔਰ ਧੰਨਵਾਦ ਕਰਦਾ ਹਾਂ। ਮੈਂ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ,
ਜਿਨ੍ਹਾਂ ਨੇ ਇਸ ਪ੍ਰੋਗਰਾਮ ਵਾਸਤੇ ਬਹੁਤ ਮੁਸ਼ੱਕਤ ਕੀਤੀ, ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਾਸਤੇ ਇੱਕ ਮਿੰਟ ਦੇ ਪ੍ਰੋਗਰਾਮ ਨੂੰ ਬਾਰ-ਬਾਰ ਦੇਖ ਕੇ ਤਸੱਲੀ ਜਗਾਈ ਕਿ ਇਹ ਪ੍ਰੋਗਰਾਮ ਸਫਲ ਰਹੇ। ਮੈਂ ਨਾਲ ਹੀ ਗਵਰਨਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਮੈਂ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ। ਬੋਲੇ